हाँ जी स्टूडेंट्स, गुड मॉर्निंग। ਜਿਹੜਾ ਮੈਂ ਤੁਹਾਨੂੰ ਨੋਟਸ ਭੇਜੇ ਸੀਗੇ ਆਪਾਂ ਉਹ ਟੌਪਿਕ ਜਿਹੜਾ ਆ ਹੁਣ ਡਿਸਕਸ ਕਰਨਾ ਚਾਹੁੰਦੇ ਹਾਂ। ਅੱਜ ਜਿਹੜਾ ਟੌਪਿਕ ਅਸੀਂ ਡਿਸਕਸ ਕਰਾਂਗੇ ਉਹ ਹੈਗਾ ਲੈਜਰ। ਲੈਜਰ ਨੂੰ ਪੰਜਾਬੀ 'ਚ ਖਾਤਾ ਬਹੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਤੇ ਤੁਸੀਂ ਇਸ ਤੋਂ ਪਹਿਲਾਂ ਜਰਨਲ ਐਂਟਰੀਜ਼ ਕੀਤੀਆਂ, GST ਦੇ ਟੌਪਿਕ ਕੀਤੇ ਆ। ਜਰਨਲ ਐਂਟਰੀਜ਼ ਦੇ ਵਿੱਚ ਅਸੀਂ ਇੱਕ ਕਾਲਮ ਬਣਾਉਂਦੇ ਹੁੰਦੇ ਸੀ ਲੈਜਰ ਫੋਲੀਓ ਦੇ ਨਾਂ 'ਤੇ। ਲੈਜਰ ਕੀ ਹੈਗਾ ਆ, ਕਿੱਦਾਂ ਇਹਦੇ ਵਿੱਚ ਆਪਾਂ ਐਂਟਰੀਜ਼ ਨੂੰ ਪੋਸਟਿੰਗ ਕਰਦੇ ਹਾਂ, ਉਹ ਸਾਰਾ ਕੁਛ ਆਪਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਕਿ ਵਟ ਇਜ਼ ਲੈਜਰ। ਲੈਜਰ ਇੱਕ ਕਿਤਾਬ ਹੁੰਦੀ ਹੈ, ਰਿਕਾਰਡ ਹੀ, ਜਿਹਦੇ ਵਿੱਚ ਰਿਕਾਰਡ ਕੀਤੀਆਂ ਚੀਜ਼ਾਂ ਹੁੰਦੀਆਂ ਨੇ। ਅਤੇ ਜਰਨਲ ਦੇ ਵਿੱਚੋਂ ਇਹਦੇ ਵਿੱਚ ਟ੍ਰਾਂਜੈਕਸ਼ਨਸ ਲਿਆਂਦੀਆਂ ਜਾਂਦੀਆਂ ਨੇ ਅਤੇ ਅਕਾਊਂਟਸ ਬਣਾਏ ਜਾਂਦੇ ਨੇ। ਜਰਨਲ ਦੇ ਵਿੱਚ ਤਾਂ ਤੁਸੀਂ ਐਂਟਰੀਜ਼ ਕੀਤੀਆਂ, ਹੁਣ ਆਪਾਂ ਅਕਾਊਂਟਸ ਬਣਾਉਣੇ। ਅਕਾਊਂਟ ਕੀ ਹੁੰਦਾ ਆ? ਬਹੀਆਂ ਜਾਂ ਖਾਤਾ ਬਹੀਆਂ। ਜਿੱਦਾਂ ਅਸੀਂ ਜਰਨਲ ਐਂਟਰੀਜ਼ ਕਰਦੇ ਨੇ, ਕੋਈ ਸੇਲ ਦੀ ਐਂਟਰੀ ਆ ਗਈ, ਕੋਈ ਪਰਚੇਜ਼ ਦੀ ਆ ਗਈ, ਪਰਚੇਜ਼ ਰਿਟਰਨ, ਸੇਲ ਰਿਟਰਨ, ਇੱਦਾਂ ਐਂਟਰੀਜ਼ ਚੱਲਦੀਆਂ ਰਹਿੰਦੀਆਂ ਨੇ। ਅਤੇ ਐਕਸਪੈਂਸਿਸ ਦੀ, ਇਨਕਮਸ ਦੀਆਂ, ਕੈਪੀਟਲ ਦੀਆਂ, ਡਰਾਇੰਗਸ ਦੀਆਂ, ਇੱਦਾਂ 100 ਤਰ੍ਹਾਂ ਦੀਆਂ ਐਂਟਰੀਜ਼ ਆਪਾਂ ਜਰਨਲ ਦੇ ਵਿੱਚ ਡੇਟ ਵਾਈਜ਼ ਰਿਕਾਰਡ ਕਰਦੇ ਹਾਂ। ਹੁਣ ਸਾਲ ਦੇ ਵਿੱਚ ਕਿੰਨੀਆਂ ਹੀ ਵਾਰ ਅਸੀਂ ਸੇਲ, ਪਰਚੇਜ਼, ਐਕਸਪੈਂਸਿਸ, ਇਨਕਮਸ ਕਰਦੇ ਹਾਂ। ਅਤੇ ਅਗਰ ਸਾਨੂੰ ਇਹ ਪਤਾ ਕਰਨਾ ਹੋਵੇ ਕਿ ਇੱਕ ਸਾਲ ਦੇ ਵਿੱਚ ਕਿੰਨੀ ਸਾਡੀ ਪਰਚੇਜ਼ ਹੋਈ ਆ, ਅਤੇ ਫਿਰ ਸਾਨੂੰ ਪੂਰੀ ਜਿਹੜੀ ਜਰਨਲ ਦੀ ਕਿਤਾਬ ਹੈਗੀ, ਜਿੱਥੇ ਆਪਾਂ ਐਂਟਰੀਆਂ ਕੀਤੀਆਂ ਨੇ ਹਰੇਕ ਮਹੀਨੇ, ਹਰੇਕ ਡੇਟ ਵਿੱਚ, ਸਾਰੀਆਂ ਲੱਭਣੀਆਂ ਪੈਣਗੀਆਂ ਅਤੇ ਬਹੁਤ ਲੰਬਾ ਅਤੇ ਔਖਾ ਕੰਮ ਹੋ ਜਾਊਗਾ। ਇਸ ਚੀਜ਼ ਤੋਂ ਬਚਣ ਵਾਸਤੇ ਅਸੀਂ ਕੀ ਕਰਦੇ ਹਾਂ ਕਿ ਜਰਨਲ ਦੇ ਵਿੱਚ ਜੋ ਆਪਾਂ ਪਰਚੇਜ਼ ਦੀਆਂ ਐਂਟਰੀਆਂ ਕੀਤੀਆਂ ਸੀਗੀਆਂ, ਉਹਨਾਂ ਸਾਰੀਆਂ ਨੂੰ ਲਿਆਉਂਦੇ ਆ ਮੰਥ ਵਾਈਜ਼, ਡੇਟ ਵਾਈਜ਼, ਅਤੇ ਉਹਨਾਂ ਦਾ ਇੱਕ ਖਾਤਾ ਤਿਆਰ ਕਰ ਦਿੰਦੇ ਹਾਂ। ਅਤੇ ਉਸ ਖਾਤੇ ਦੇ ਵਿੱਚ ਅਸੀਂ ਪਰਚੇਜ਼ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਆ ਦਰਜ ਕਰੀ ਜਾਂਦੇ ਹਾਂ, ਮਹੀਨੇ ਵਾਈਜ਼, ਮੰਥ ਵਾਈਜ਼ ਜਾਂ ਵੀਕ ਵਾਈਜ਼, ਇੱਦਾਂ ਕਰਦੇ ਜਾਂਦੇ ਹਾਂ। ਜਿਹੜੀ ਵੀ ਐਂਟਰੀ ਜਰਨਲ 'ਚ ਰਿਕਾਰਡ ਹੋਊਗੀ, ਜਿੱਦਾਂ ਪਰਚੇਜ਼ ਦੀ ਗੱਲ ਕਰ ਰਹੇ ਹਾਂ, ਉਹ ਪਰਚੇਜ਼ ਅਕਾਊਂਟ 'ਚ ਵੀ ਚੱਲ ਜਾਊਗੀ। ਅਤੇ ਇਸ ਤਰੀਕੇ ਨਾਲ ਕੀ ਹੋਊਗਾ ਕਿ ਅਗਰ ਸਾਨੂੰ ਇਹ ਪਤਾ ਕਰਨਾ ਹੋਵੇ ਕਿ ਅਸੀਂ ਕਿੰਨੀਆਂ ਪਰਚੇਜ਼ ਕੀਤੀਆਂ ਇਸ ਮਹੀਨੇ, ਇਸ ਵੀਕ ਜਾਂ ਇਸ ਪੂਰੇ ਸਾਲ ਦੇ ਵਿੱਚ, ਤਾਂ ਸਾਨੂੰ ਪਰਚੇਜ਼ ਅਕਾਊਂਟ ਤੋਂ ਉਹ ਈਜ਼ੀਲੀ ਇੱਕੋ ਹੀ ਜਗ੍ਹਾ 'ਤੇ ਸਾਰੀ ਜਾਣਕਾਰੀ ਜਿਹੜੀ ਆ ਹਾਸਲ ਹੋ ਜਾਊਗੀ। ਇਸ ਤਰੀਕੇ ਨਾਲ ਜਾਣਕਾਰੀ ਇੱਕੋ ਹੀ ਜਗ੍ਹਾ ਇਕੱਠੀ ਕਰਨਾ, ਖਾਤੇ ਬਣਾਉਣਾ, ਇਹ ਲੈਜਰ ਰਖਵਾਉਂਦਾ ਹੈਗਾ ਹੈ। ਅਤੇ ਇਹਦੇ ਨਾਲ ਕੀ ਹੋ ਜਾਂਦਾ ਕਿ ਸਾਨੂੰ ਸਹੂਲਤ ਹੋ ਜਾਂਦੀ ਹੈ, ਕਿਸੇ ਵੀ ਚੀਜ਼ ਦੇ ਸੰਬੰਧਿਤ ਸਾਰੀ ਦੀ ਸਾਰੀ ਜਾਣਕਾਰੀ ਇੱਕੋ ਜਗ੍ਹਾ ਸਾਨੂੰ ਇਕੱਠੇ ਮਿਲ ਜਾਂਦੀ ਹੈ। ਅਤੇ ਲੈਜਰ ਇਸ ਚੀਜ਼ ਨੂੰ ਕਿਹਾ ਜਾਂਦਾ ਹੈ। ਹੁਣ ਇੱਕ ਝਾਤ ਆਪਾਂ ਮਾਰ ਲੈਂਦੇ ਹਾਂ ਅਕਾਊਂਟਿੰਗ ਸਾਈਕਲ ਦੇ ਉੱਤੇ। ਅਕਾਊਂਟਿੰਗ ਸਾਈਕਲ, ਜਿੱਦਾਂ ਕਿ ਤੁਸੀਂ ਜਾਣਦੇ ਹੋ, ਲੇਖਾ ਚੱਕਰ ਹੁੰਦਾ ਆ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਜਰਨਲ ਦੇ ਰਾਹੀਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ। ਜਰਨਲ ਦੇ ਵਿੱਚ ਹਰੇਕ ਟਾਈਪਸ ਦੀਆਂ ਐਂਟਰੀਜ਼ ਆਪਾਂ ਕਰਦੇ ਹਾਂ, ਜਿਵੇਂ ਕਿ ਪਰਚੇਜ਼ ਦੀ, ਐਕੁਈਜੀਸ਼ਨ, ਮਤਲਬ ਇਹ ਵੀ ਪਰਚੇਜ਼ ਹੀ ਹੁੰਦਾ, ਖਰਚੇ, ਪੇਮੈਂਟ, ਬੋਰੋ ਕਰਨਾ ਮਤਲਬ ਕਿਸੇ ਤੋਂ ਉਧਾਰ ਲੈਣਾ, ਸੇਲ ਦੀ, ਰੈਵਨਿਊ ਮਤਲਬ ਇਨਕਮ ਪ੍ਰਾਪਤ ਹੋਈ, ਬੈਡ ਡੈਟਸ ਮਤਲਬ ਡੁੱਬ ਗਏ ਕਰਜ਼ੇ, ਡਿਵੀਡੈਂਡ ਅਗਰ ਮਿਲਿਆ, ਸਾਰਾ ਕੁਛ ਐਂਟਰੀਜ਼ ਜਿਹੜੀਆਂ ਨੇ ਜਰਨਲ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੁਣ ਜਰਨਲ ਤੋਂ ਬਾਅਦ ਉਹ ਐਂਟਰੀਜ਼ ਨੂੰ ਕਿੱਥੇ ਲੈ ਕੇ ਜਾਇਆ ਜਾਂਦਾ ਹੈਗਾ ਆ? ਲੈਜਰ ਦੇ ਵਿੱਚ। ਉਹਨੂੰ ਕਹਿੰਦੇ ਆ ਪੋਸਟਿੰਗ। ਜਰਨਲ ਦੇ ਵਿੱਚ ਜੋ ਆਪਾਂ ਚੀਜ਼ਾਂ ਕਰਦੇ ਹਾਂ ਉਹਨੂੰ ਆਪਾਂ ਰਿਕਾਰਡਿੰਗ ਕਹਿੰਦੇ ਹਾਂ। ਰਿਕਾਰਡਿੰਗ ਕਹਿੰਦੇ ਉਹਨੂੰ। ਇਸ ਤਰੀਕੇ ਨਾਲ ਰਿਕਾਰਡਿੰਗ ਤੋਂ ਬਾਅਦ ਹੁਣ ਜਰਨਲ ਤੋਂ ਬਾਅਦ ਨੈਕਸਟ ਜਿਹੜੀ ਚੀਜ਼ ਆਉਂਦੀ, ਦੈਟ ਇਜ਼ ਲੈਜਰ। ਲੈਜਰ ਦੇ ਵਿੱਚ ਅਸੀਂ ਪੋਸਟਿੰਗ ਕਰਦੇ ਹਾਂ। ਲੈਜਰ ਦੇ ਵਿੱਚ ਪੋਸਟਿੰਗ ਕਰਦੇ ਹਾਂ ਜੋ ਜਰਨਲ ਦੀਆਂ ਐਂਟਰੀਜ਼ ਕੀਤੀਆਂ, ਉਹਨਾਂ ਸਾਰਿਆਂ ਦੇ ਜਿੰਨੀਆਂ ਐਂਟਰੀਜ਼ ਉਹਦੇ ਵਿੱਚ ਆ ਰਹੀਆਂ ਨੇ, ਜਿੰਨੇ ਅਕਾਊਂਟਸ ਉਹਦੇ ਵਿੱਚ ਸ਼ਾਮਿਲ ਆ ਰਹੇ ਨੇ, ਉਹ ਸਾਰੇ ਅਕਾਊਂਟਸ ਆਪਾਂ ਬਣਾਉਂਦੇ ਹਾਂ, ਉਹਦੀ ਲੈਜਰ ਤਿਆਰ ਕਰਦੇ ਹਾਂ। ਅਤੇ ਲੈਜਰ ਤੋਂ ਬਾਅਦ ਫਿਰ ਟਰਾਇਲ ਬੈਲੈਂਸ ਬਣਾਇਆ ਜਾਂਦਾ, ਜਿਹਨੂੰ ਤਲਪਟ ਕਹਿੰਦੇ ਹਾਂ ਆਪਾਂ। ਇਹਦੇ ਵਿੱਚ ਟੋਟਲ ਡੈਬਿਟਸ ਟੋਟਲ ਕ੍ਰੈਡਿਟ ਦੇ ਬਰਾਬਰ ਆ, ਇਹ ਚੈੱਕ ਕੀਤਾ ਜਾਂਦਾ। ਅਤੇ ਅਗਰ ਕਿਤੇ ਕੋਈ ਗਲਤੀ ਸ਼ਲਤੀ ਹੋਈ ਹੈ ਸਾਡੇ ਤੋਂ, ਤਾਂ ਉਹਨੂੰ ਆਪਾਂ ਸੁਧਾਰਦੇ ਹਾਂ। ਟਰਾਇਲ ਬੈਲੈਂਸ ਇੱਕ ਟੈਂਪਰੇਰੀ, ਉਹਦੇ ਵਿੱਚ ਅਗਰ ਕੋਈ ਗਲਤੀਆਂ ਨੇ ਫਿਰ ਐਡਜਸਟਮੈਂਟ ਕੀਤੀਆਂ ਜਾਂਦੀਆਂ ਨੇ, ਖਾਤਿਆਂ ਦੇ ਵਿੱਚ ਸੁਧਾਰ ਕੀਤੇ ਜਾਂਦੇ ਨੇ। ਅਤੇ ਜਿਹੜੇ ਲੈਜਰਸ ਦੇ ਵਿੱਚ ਕੁਝ ਗਲਤੀ ਰਹਿ ਗਈ ਸੀ ਸਾਡੇ ਤੋਂ, ਉਹਨੂੰ ਸੁਧਾਰ ਕਰਕੇ ਫਿਰ ਦੁਬਾਰਾ ਤੋਂ ਟਰਾਇਲ ਬੈਲੈਂਸ ਦਰੁਸਤ ਕਰਕੇ ਬਣਾਇਆ ਜਾਂਦਾ। ਕਿਉਂਕਿ ਟਰਾਇਲ ਬੈਲੈਂਸ ਤੋਂ ਬਾਅਦ ਫਿਰ ਸਾਡੇ ਕੋਲ ਫਾਈਨਲ ਅਕਾਊਂਟਸ ਹੀ ਬਣਾਉਣੇ ਹੁੰਦੇ ਆ। ਅਸੀਂ ਫਾਈਨਲ ਅਕਾਊਂਟਸ ਜਾਂ ਅੰਤਮ ਖਾਤੇ ਤਿਆਰ ਕਰਨੇ ਹੁੰਦੇ ਆ। ਫਾਈਨਲ ਅਕਾਊਂਟਸ ਦੇ ਵਿੱਚ ਇਨਕਮ ਸਟੇਟਮੈਂਟ, ਜਿਹਨੂੰ ਆਪਾਂ P&L ਅਕਾਊਂਟ ਕਹਿੰਦੇ ਹਾਂ, ਲਾਭ ਹਾਨੀ ਖਾਤਾ, ਬੈਲੈਂਸ ਸ਼ੀਟ, ਚਿੱਠਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਿਆਰ ਕੀਤੇ ਜਾਂਦੇ ਨੇ।
ਤੇ ਇਸ ਤਰੀਕੇ ਨਾਲ ਇੱਕ ਲੇਖਾ ਚੱਕਰ ਜਿਹੜਾ ਹੈ ਉਹ ਕੰਪਲੀਟ ਕੀਤਾ ਜਾਂਦਾ ਹੈ। ਤੇ ਉਹਦੇ ਵਿੱਚ ਲੈਜਰ ਦੀ ਬਹੁਤ ਇੰਪੋਰਟੈਂਟ ਭੂਮਿਕਾ ਹੈਗੀ ਆ। ਸਭ ਤੋਂ ਪਹਿਲਾਂ ਜਰਨਲ ਦੇ ਵਿੱਚ ਸਾਨੂੰ ਸਹੀ ਤਰੀਕੇ ਨਾਲ ਐਂਟਰੀਆਂ ਕਰਨੀਆਂ ਪੈਂਦੀਆਂ ਨੇ। ਉਸ ਤੋਂ ਬਾਅਦ ਜਿਹੜੀ ਪੋਸਟਿੰਗ ਆਪਾਂ ਲੈਜਰ ਵਿੱਚ ਕਰਨੀ ਹੈ ਉਹ ਵੀ ਸਹੀ ਹੋਣੀ ਚਾਹੀਦੀ ਹੈ, ਕਿਉਂਕਿ ਲੈਜਰ ਤੋਂ ਹੀ ਟਰਾਇਲ ਬੈਲੈਂਸ ਨੂੰ ਜਾਣਾ ਹੈ, ਟਰਾਇਲ ਬੈਲੈਂਸ ਤੋਂ ਹੀ ਫਾਈਨਲ ਅਕਾਊਂਟ ਬਣਨੇ ਅਤੇ ਨੈਟ ਪ੍ਰੋਫਿਟ ਪਤਾ ਕਰਨਾ ਹੈ ਅਸੀਂ, ਜਾਂ ਗ੍ਰੋਸ ਪ੍ਰੋਫਿਟ ਪਤਾ ਕਰਨਾ ਹੈ। ਅਤੇ ਅਗਰ ਕਿਤੇ ਵੀ ਗਲਤੀ ਹੋਊਗੀ ਤਾਂ ਫਿਰ ਉਹਨੂੰ ਆਪਾਂ ਪਹਿਲਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਸੁਧਾਰ ਕੇ ਫਿਰ ਉਹਨੂੰ ਦੁਬਾਰਾ ਤੋਂ ਦਰੁਸਤ ਕਰਕੇ ਫਿਰ ਅੱਗੇ ਵਧਾਂਗੇ। ਅਤੇ ਇਸ ਤਰੀਕੇ ਨਾਲ ਅਸੀਂ ਆਪਣਾ ਪੂਰਾ ਅਕਾਊਂਟਿੰਗ ਜਿਹੜਾ ਸਾਈਕਲ ਹੈ ਸਾਡਾ ਉਹ ਪੂਰੇ ਸਾਲ ਦੇ ਦਰਮਿਆਨ ਚੱਲਦਾ ਹੈਗਾ। ਹੁਣ ਲੈਜਰ ਦਾ ਫਾਰਮੈਟ ਤੁਹਾਡੇ ਸਾਹਮਣੇ ਮੈਂ ਰੱਖਣ ਜਾ ਰਿਹਾ। ਲੈਜਰ ਇੱਕ ਟੀ ਸ਼ੇਪ 'ਚ ਅਕਾਊਂਟ ਬਣਾਇਆ ਜਾਂਦਾ ਹੈ। ਕੋਈ ਵੀ ਅਕਾਊਂਟ ਜਿਹੜਾ ਬਣਾਇਆ ਜਾਊਗਾ ਉਹ ਟੀ ਸ਼ੇਪ 'ਚ ਹੋਊਗਾ। ਉਹਦੀ ਜਿਹੜੀ ਆਪਣੀ ਖੱਬੀ ਸਾਈਡ ਹੈ ਉਹ ਡੈਬਿਟ ਸਾਈਡ ਹੋਊਗੀ, ਤੁਸੀਂ ਇੱਥੇ ਵੀ ਨਜ਼ਰ ਆ ਰਹੀ ਹੈ ਡੈਬਿਟ ਸਾਈਡ, ਅਤੇ ਜਿਹੜੀ ਖੱਬੀ ਸਾਈਡ ਸੱਜੀ ਸਾਈਡ ਹੋਊਗੀ ਦੈਟ ਇਜ਼ ਕ੍ਰੈਡਿਟ ਸਾਈਡ, ਉਹਨੂੰ CR ਨਾਲ ਆਪਾਂ ਲਿਖਾਂਗੇ। ਅਤੇ ਇਹਨੂੰ ਦੋ ਹਿੱਸਿਆਂ 'ਚ ਇੱਥੋਂ ਵੰਡ ਦੇਣਾ ਹੈਗਾ ਹੈ। 4 ਕਾਲਮ 1 2 3 4, 4 ਕਾਲਮ ਲੈਫਟ ਹੈਂਡ ਸਾਈਡ 'ਤੇ, 4 ਹੀ ਕਾਲਮ ਰਾਈਟ ਹੈਂਡ ਸਾਈਡ 'ਤੇ ਹੋਣਗੇ। ਇਹਦੇ ਜਿਹੜੇ 4 ਕਾਲਮ ਲੈਫਟ ਹੈਂਡ ਸਾਈਡ ਵਾਲੇ ਨੇ ਉਹ ਡੈਬਿਟ ਸਾਈਡ ਵਾਲੇ ਕਾਲਮ ਨੇ, ਜਿਹੜੇ 4 ਕਾਲਮ ਰਾਈਟ ਹੈਂਡ ਸਾਈਡ ਵਾਲੇ ਨੇ ਉਹ ਕ੍ਰੈਡਿਟ ਸਾਈਡ ਵਾਲੇ ਕਾਲਮ ਨੇ। ਇਹਨਾਂ ਕਾਲਮਸ ਦੇ ਉੱਤੇ ਕੀ ਲਿਖਣਾ ਹੈ? ਡੇਟ, ਪਾਰਟੀਕੂਲਰਸ ਮਤਲਬ ਵਿਵਰਣ। ਇੱਥੇ ਉੱਥੇ ਜਦ ਆਪਾਂ ਜਰਨਲ ਐਂਟਰੀ ਕਰਦੇ ਸੀ ਆਪਾਂ LF ਲਿਖਦੇ ਸੀ, ਹੁਣ ਆਪਾਂ ਲਿਖਾਂਗੇ JF ਮਤਲਬ ਜਰਨਲ ਫੋਲੀਓ। ਮਤਲਬ ਇਹ ਐਂਟਰੀ ਜਿਹੜੀ ਅਸੀਂ ਇੱਥੇ ਪੋਸਟ ਕੀਤੀ ਆ, ਇਹਦਾ ਮਤਲਬ ਇਹ ਸਮਝ ਲਓ ਕਿ ਜਿਹੜੀ ਐਂਟਰੀ ਅਸੀਂ ਇੱਥੇ ਪੋਸਟ ਕੀਤੀ ਆ ਉਹ ਜਰਨਲ ਦੇ ਵਿੱਚ ਕਿਹੜੇ ਫੋਲੀਓ ਦਾ ਮਤਲਬ ਹੁੰਦਾ ਪੇਜ 'ਤੇ ਲਿਖੀ ਹੋਈ ਹੈ। ਅਤੇ ਇਸ ਤਰੀਕੇ ਨਾਲ ਇਹ ਦੋਨੋਂ ਬੁੱਕਸ ਆਪਸ 'ਚ ਕਨੈਕਟ ਹੋ ਜਾਂਦੀਆਂ ਨੇ, ਜੁੜ ਜਾਂਦੀਆਂ ਨੇ। ਫਿਰ ਅਮਾਊਂਟ ਦਾ ਕਾਲਮ ਆ ਗਿਆ, ਇੱਦਾਂ ਹੀ 4 ਕਾਲਮ ਇੱਧਰ ਡੈਬਿਟ ਸਾਈਡ ਹੋ ਗਏ, ਫਿਰ ਡੇਟ, ਪਾਰਟੀਕੂਲਰ, JF ਅਤੇ ਅਮਾਊਂਟ ਦਾ ਕਾਲਮ ਕ੍ਰੈਡਿਟ ਸਾਈਡ ਦਾ ਹੋ ਗਿਆ। ਅਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆ ਇੱਕ ਲੈਜਰ ਦਾ ਫਾਰਮੈਟ ਸਾਡੇ ਸਾਹਮਣੇ ਆਉਂਦਾ ਹੈਗਾ। ਡੇਟ ਦੇ ਵਿੱਚ ਡੇਟ, ਈਅਰ, ਮੰਥ, ਡੇਟ ਪਾਉਣੀ ਹੈ। ਪਾਰਟੀਕੂਲਰਸ ਦੇ ਵਿੱਚ ਹੁਣ ਇਹ ਯਾਦ ਰੱਖਣ ਵਾਲੀ ਗੱਲ ਜਿਹੜੀ ਹੈਗੀ ਆ, ਜਿਹੜਾ ਖਾਤਾ ਅਸੀਂ ਇੱਥੇ ਬਣਾ ਰਹੇ ਹਾਂ ਉਹਦਾ ਨਾਮ ਇੱਥੇ ਲਿਖਿਆ ਹੋਊਗਾ। ਸਪੋਜ਼ ਆਪਾਂ ਬਣਾ ਰਹੇ ਹਾਂ ਸੇਲਸ ਅਕਾਊਂਟ। ਹੁਣ ਜਿਹੜਾ ਸੇਲ ਅਕਾਊਂਟ ਬਣਾ ਰਹੇ ਉਹਦੇ ਵਿੱਚ ਸੇਲ ਅਕਾਊਂਟ ਦਾ ਨਾਮ ਨਹੀਂ ਆਊਗਾ, ਉਹ ਸੇਲ ਅਕਾਊਂਟ ਦਾ ਨਾਮ ਨਹੀਂ ਆਊਗਾ। ਉਹਦੇ ਇਲਾਵਾ ਹੋਰ ਕਿਸੇ ਅਕਾਊਂਟ ਦਾ ਜੋ ਐਂਟਰੀ ਦੇ ਵਿੱਚ ਸ਼ਾਮਲ ਹੈ, ਜਿੱਦਾਂ ਕੈਸ਼ ਟੂ ਸੇਲਸ ਆ, ਐਂਟਰੀ ਹੈਗੀ ਆਪਣੀ ਕੈਸ਼ ਅਕਾਊਂਟ ਡੈਬਿਟ ਟੂ ਸੇਲਸ ਅਕਾਊਂਟ। ਹੁਣ ਆਪਾਂ ਜਦ ਸੇਲਸ ਅਕਾਊਂਟ ਬਣਾਉਣਾ ਆ ਅਤੇ ਉਹਦੇ ਵਿੱਚ ਸੇਲਸ ਅਕਾਊਂਟ ਇਸ ਐਂਟਰੀ ਦੇ ਵਿੱਚ ਕੀ ਹੋ ਰਿਹਾ ਹੈਗਾ? ਕ੍ਰੈਡਿਟ ਟੂ ਹੈ ਨਾ, ਕ੍ਰੈਡਿਟ ਸਾਈਡ ਹੋ ਰਿਹਾ। ਅਤੇ ਆਪਾਂ ਸੇਲ ਅਕਾਊਂਟ ਅਗਰ ਬਣਾ ਰਹੇ ਹਾਂ ਤਾਂ ਸੇਲ ਅਕਾਊਂਟ ਦੀ ਕ੍ਰੈਡਿਟ ਸਾਈਡ 'ਤੇ ਲਿਖਣਾ ਹੈਗਾ ਆ ਬਾਏ। ਦੂਸਰਾ ਅਕਾਊਂਟ ਕਿਹੜਾ ਇਹਦੇ ਵਿੱਚ ਸ਼ਾਮਲ ਆ? ਕੈਸ਼ ਅਕਾਊਂਟ, ਅਤੇ ਇੱਥੇ ਅਮਾਊਂਟ ਲਿਖ ਦੇਣਾ। ਠੀਕ ਹੈ ਜੀ, ਅਤੇ ਇਹ ਚੀਜ਼ ਹੁੰਦੀ ਹੈ। ਅਤੇ ਇਸ ਤਰੀਕੇ ਨਾਲ ਇੱਕ ਲੈਜਰ ਦਾ ਜਿਹੜਾ ਫਾਰਮੈਟ ਜਾਂ ਅਕਾਊਂਟ ਜਿਹੜਾ ਕੋਈ ਵੀ ਬਣਾਉਣਾ ਹੈਗਾ ਤੁਸੀਂ, ਉਹਦਾ ਫਾਰਮੈਟ ਇਸ ਤਰੀਕੇ ਨਾਲ ਟੀ ਸ਼ੇਪ ਦੇ ਵਿੱਚ ਰਹੂਗਾ। 4 ਕਾਲਮ ਤੁਹਾਡੇ ਲੈਫਟ ਹੈਂਡ ਸਾਈਡ 'ਤੇ ਡੈਬਿਟ ਸਾਈਡ ਨੂੰ ਰਿਪਰੈਜ਼ੈਂਟ ਕਰਨਗੇ, ਅਤੇ 4 ਹੀ ਕਾਲਮ ਜਿਹੜੇ ਨੇ ਤੁਹਾਡੇ ਕ੍ਰੈਡਿਟ ਸਾਈਡ 'ਤੇ ਰਿਪਰੈਜ਼ੈਂਟ ਕਰਨਗੇ ਕ੍ਰੈਡਿਟ ਸਾਈਡ ਨੂੰ। ਅਤੇ ਇਹਨਾਂ ਦੀ ਹੈਲਪ ਨਾਲ ਤੁਸੀਂ ਲੈਜਰ ਦੇ ਵਿੱਚ ਪੋਸਟਿੰਗ ਕਰਨੀ ਹੈਗੀ ਆ। ਇਹ ਪੋਸਟਿੰਗ ਕਿੱਥੋਂ ਕਰਨੀ ਹੈ? ਜਿਹੜੀਆਂ ਐਂਟਰੀਜ਼ ਅਸੀਂ ਜਰਨਲ ਐਂਟਰੀਜ਼ ਕੀਤੀਆਂ ਨੇ ਉਹਦੇ ਵਿੱਚੋਂ ਅਸੀਂ ਇੱਥੇ ਪੋਸਟਿੰਗ ਕਰਨੀ ਹੈਗੀ ਆ। ਹੁਣ ਅੱਗੇ ਵੱਧਦੇ ਹਾਂ। ਲੈਜਰ ਦੀਆਂ ਖਾਸੀਅਤਾਂ ਕੀ ਹੈਗੀਆਂ ਨੇ, ਇਹਦੀਆਂ ਵਿਸ਼ੇਸ਼ਤਾਵਾਂ ਕੀ ਹੈਗੀਆਂ ਨੇ? ਇਹਦੀਆਂ ਵਿਸ਼ੇਸ਼ਤਾਵਾਂ 'ਤੇ ਇੱਕ ਨਿਗਾਹ ਮਾਰ ਲੈਂਦੇ ਹਾਂ। ਇਹਦੀਆਂ 2 ਸਾਈਡਾਂ ਹੁੰਦੀਆਂ ਨੇ, ਲੈਫਟ ਸਾਈਡ ਨੂੰ ਡੈਬਿਟ ਸਾਈਡ, ਰਾਈਟ ਸਾਈਡ ਨੂੰ ਕ੍ਰੈਡਿਟ ਸਾਈਡ ਕਹਿੰਦੇ ਆ। ਜਿਹੜੀਆਂ ਡੈਬਿਟ ਸਾਈਡ ਵਾਲੀਆਂ ਆਈਟਮਾਂ ਨੇ ਉਹ ਡੈਬਿਟ, ਜਿਹੜੀਆਂ ਆਈਟਮਾਂ ਤੁਹਾਡੇ ਕੋਲ ਜਰਨਲ ਐਂਟਰੀ 'ਚ ਡੈਬਿਟ 'ਚ ਲਿਖੀਆਂ ਸੀਗੀਆਂ ਉਹ ਡੈਬਿਟ ਸਾਈਡ 'ਤੇ ਲਿਖੀਆਂ ਜਾਣਗੀਆਂ। ਅਤੇ ਜਿਨ੍ਹਾਂ ਦਾ ਕ੍ਰੈਡਿਟ ਵਾਲਾ ਸੁਭਾਅ ਹੈਗਾ, ਆਸਪੈਕਟ ਦਾ ਮਤਲਬ ਹੁੰਦਾ ਸੁਭਾਅ, ਜਿਨ੍ਹਾਂ ਟ੍ਰਾਂਜੈਕਸ਼ਨਸ ਦਾ ਕ੍ਰੈਡਿਟ ਵਾਲਾ ਸੁਭਾਅ ਹੈਗਾ ਉਹ ਕ੍ਰੈਡਿਟ ਸਾਈਡ 'ਤੇ ਡੇਟ ਵਾਈਜ਼ ਲਿਖੀਆਂ ਜਾਣਗੀਆਂ। 1 ਤਰੀਕ ਦੀ ਆਈਟਮ ਪਹਿਲਾਂ, 2, 3 ਇੱਦਾਂ ਕਰਦੇ ਕਰਦੇ ਮਹੀਨੇ ਦੇ ਅਖੀਰ ਤੱਕ ਆਪਾਂ ਪਹੁੰਚਾਂਗੇ। ਜੋ ਦੋਨੋਂ ਸਾਈਡਾਂ ਦਾ ਫਿਰ ਜਦ ਆਪਾਂ ਆਹ ਟੀ ਸ਼ੇਪ ਆ, ਡੈਬਿਟ ਸਾਈਡ ਆ, ਕ੍ਰੈਡਿਟ ਸਾਈਡ ਆ, ਇੱਥੇ ਆਈਟਮਸ ਲਿਖ ਰਹੇ ਹੋ, ਇੱਥੇ ਲਿਖ ਰਹੇ ਹੋ, ਫਿਰ ਉਸ ਤੋਂ ਬਾਅਦ ਖਾਤਾ ਬੰਦ ਕਰਨਾ ਆ। ਦੋਨੋਂ ਸਾਈਡਾਂ ਦਾ ਟੋਟਲ ਲਾ ਲਿਆ ਜਾਊਗਾ, ਡੈਬਿਟ ਦਾ ਵੀ ਕ੍ਰੈਡਿਟ ਦਾ ਵੀ। ਅਗਰ ਤਾਂ ਬਰਾਬਰ ਆ ਫਿਰ ਤਾਂ ਕੋਈ ਬੈਲੈਂਸ ਬਚਣਾ ਨਹੀਂ ਹੈਗਾ। ਅਗਰ ਕਿਸੇ ਸਾਈਡ ਦੇ ਵਿੱਚ ਵੱਧ ਆ, ਦੂਜੀ ਸਾਈਡ ਘੱਟ ਆ, ਤਾਂ ਫਿਰ ਬੈਲੈਂਸ ਬਚੂਗਾ। ਅਗਰ ਐਕਸੈਸ ਮਤਲਬ ਹੁੰਦਾ ਵਾਧਾ, ਅਗਰ ਡੈਬਿਟ ਸਾਈਡ ਵੱਧ ਹੈਗੀ ਹੈ ਤਾਂ ਡੈਬਿਟ ਬੈਲੈਂਸ ਬਚੂਗਾ। ਮਤਲਬ ਅਗਰ ਡੈਬਿਟ ਸਾਈਡ ਸਪੋਜ਼ ਐਗਜ਼ਾਮਪਲ ਦੇ ਤੌਰ 'ਤੇ
ਆਪਾਂ ਅਕਾਊਂਟ ਬਣਾਇਆ, ਆ ਡੈਬਿਟ ਸਾਈਡ 'ਤੇ ਕੁਝ ਲਿਖੀਆਂ ਚੀਜ਼ਾਂ, ਕ੍ਰੈਡਿਟ 'ਤੇ ਕੁਝ ਲਿਖੀਆਂ। ਸਪੋਜ਼ ਡੈਬਿਟ 'ਤੇ 100 ਆ ਗਿਆ ਟੋਟਲ, ਇੱਧਰਲਾ ਟੋਟਲ ਜਿਹੜਾ ਅਸੀਂ ਕੀਤਾ 80 ਆ। ਅਤੇ ਇਹਦਾ ਮਤਲਬ ਡੈਬਿਟ ਸਾਈਡ ਜ਼ਿਆਦਾ ਆ, ਕਿਉਂਕਿ 100 ਜਿਹੜਾ ਹੁੰਦਾ ਆ ਉਹ ਵੱਧ ਹੁੰਦਾ ਹੈ 80 ਤੋਂ। ਅਤੇ ਇੱਥੇ ਜਦ ਆਪਾਂ ਇਹਨੂੰ ਬੰਦ ਕਰਨਾ ਇਸ ਲੈਜਰ ਨੂੰ, ਉਹਨੂੰ ਕਹਿੰਦੇ ਲੈਜਰ ਨੂੰ ਕਲੋਜ਼ ਕਰਨਾ। ਅਤੇ ਜਦ ਆਪਾਂ ਕਲੋਜ਼ ਕਰਨਾ ਹੈ ਅਤੇ ਜਿਹੜਾ ਬੰਦ ਕਰਨ ਵੇਲੇ ਫਾਈਨਲ ਅਮਾਊਂਟ ਦਾ ਇੱਥੇ ਲਿਖਣਾ ਉਹ ਬਰਾਬਰ ਕਰਨ ਵਾਸਤੇ, ਕਿਉਂਕਿ ਆਪਾਂ ਨੂੰ ਪਤਾ ਹੈ ਡੈਬਿਟ ਇਜ਼ ਆਲਵੇਜ਼ ਇਕੁਅਲ ਟੂ ਕ੍ਰੈਡਿਟ, ਅਤੇ ਆਪਾਂ ਵੀ ਇੱਥੇ 100 ਲਿਖ ਦਾਂਗੇ ਕ੍ਰੈਡਿਟ ਸਾਈਡ 'ਤੇ ਵੀ। ਲੇਕਿਨ ਸਾਨੂੰ ਇਹ ਪਤਾ ਕਿ ਇੱਥੇ ਤਾਂ 80 ਆ, ਅਤੇ 20 ਰੁਪਈਏ ਫਿਰ ਆਪਾਂ ਕੀ ਲਿਖਾਂਗੇ, ਬਾਏ ਬੈਲੈਂਸ, ਬਰਾਬਰ ਕਰਨ ਵਾਸਤੇ। ਅਤੇ ਅਗਰ ਇੱਦਾਂ ਹੀ ਕ੍ਰੈਡਿਟ ਸਾਈਡ 'ਤੇ ਆ ਜਾਵੇ ਜ਼ਿਆਦਾ ਬੈਲੈਂਸ, ਜਿੱਦਾਂ ਕੋਈ ਅਕਾਊਂਟ ਆਪਾਂ ਬਣਾ ਰਹੇ ਸੀ, ਡੈਬਿਟ ਸਾਈਡ 'ਤੇ ਕੁਛ ਚੀਜ਼ਾਂ ਲਿਖੀਆਂ, ਕ੍ਰੈਡਿਟ 'ਚ ਕੁਛ ਲਿਖੀਆਂ ਗਈਆਂ, ਉਸ ਤੋਂ ਬਾਅਦ ਜਦ ਆਪਾਂ ਟੋਟਲ ਕੀਤਾ, ਡੈਬਿਟ ਸਾਈਡ ਦਾ ਟੋਟਲ ਕ੍ਰੈਡਿਟ ਦਾ ਆ ਗਿਆ 100, ਇਹਦਾ ਆ ਗਿਆ 80। ਇਹਨਾਂ ਦੋਨਾਂ ਵਿੱਚੋਂ ਜਿਹੜਾ ਵੱਡਾ ਟੋਟਲ ਹੋਊਗਾ ਉਹ ਇੱਥੇ ਲਿਖ ਦਿਆ ਫਾਈਨਲ ਦੇ ਵਿੱਚ ਲਿਖ ਦਿੱਤਾ ਜਾਊਗਾ। ਲੇਕਿਨ ਸਾਨੂੰ ਇਹ ਪਤਾ ਹੈ ਕਿ ਕ੍ਰੈਡਿਟ ਸਾਈਡ ਦਾ ਟੋਟਲ ਜ਼ਿਆਦਾ ਹੈ ਅਤੇ ਇੱਧਰ 80 ਹੈ, ਅਤੇ ਇੱਥੇ ਆਪਾਂ 20 ਕੀ ਲਿਖਾਂਗੇ ਬੈਲੈਂਸ ਦੇ ਵਿੱਚ, ਅਤੇ ਕ੍ਰੈਡਿਟ ਸਾਈਡ ਦਾ ਟੋਟਲ ਜ਼ਿਆਦਾ ਆ, ਅਤੇ ਇੱਥੇ ਲਿਖਾਂਗੇ ਟੂ ਬੈਲੈਂਸ CD। ਅਤੇ ਇਸ ਤਰੀਕੇ ਨਾਲ ਅਸੀਂ ਲੈਜਰ ਨੂੰ ਜਿਹੜਾ ਹੈਗਾ ਆ ਕਲੋਜ਼ ਕਰਦੇ ਹਾਂ, ਬੈਲੈਂਸ ਕੱਢਦੇ ਹਾਂ ਉਹਦਾ। ਅਗਰ ਦੋਨੋਂ ਸਾਈਡਾਂ ਬਰਾਬਰ ਆ ਚੀਜ਼ ਲਿਖੀ ਹੈ, ਦੋਨੋਂ ਸਾਈਡਾਂ ਬਰਾਬਰ ਆ ਤਾਂ ਕੋਈ ਬੈਲੈਂਸ ਨਹੀਂ ਹੋਊਗਾ। ਠੀਕ ਹੈ ਜੀ। ਆਮ ਤੌਰ 'ਤੇ ਜਿਹੜਾ ਬੈਲੈਂਸ ਕੱਢਿਆ ਜਾਂਦਾ ਸਾਲ ਦੇ ਐਂਡ 'ਚ ਜਾਂ ਮਹੀਨੇ ਦੇ ਐਂਡ 'ਚ ਕੱਢਿਆ ਜਾਂਦਾ ਹੈ, ਅਤੇ ਜਿਹੜੀ ਸਾਈਡ ਘੱਟ ਹੁੰਦੀ ਹੈ ਉਸ ਸਾਈਡ ਬੈਲੈਂਸ ਲਿਖਿਆ ਜਾਂਦਾ ਹੈ। ਜਿਹੜੀ ਸਾਈਡ ਆਲਰੇਡੀ ਵੱਧ ਆ ਉਹਦਾ ਥੋੜ੍ਹੀ ਕੋਈ ਬੈਲੈਂਸ ਹੈਗਾ, ਜਿਹੜੀ ਸਾਈਡ ਘੱਟ ਆ ਉਸ ਸਾਈਡ ਬੈਲੈਂਸ ਲਿਖਿਆ ਜਾਂਦਾ ਅਤੇ ਉਹਨੂੰ ਕਲੋਜ਼ਿੰਗ ਬੈਲੈਂਸ ਕਿਹਾ ਜਾਂਦਾ। ਇਸ ਸਾਲ ਦਾ ਜਿਹੜਾ ਕਲੋਜ਼ਿੰਗ ਬੈਲੈਂਸ ਹੁੰਦਾ ਹੈ ਉਹ ਅਗਲੇ ਸਾਲ ਦਾ ਓਪਨਿੰਗ ਬੈਲੈਂਸ ਬਣਦਾ ਹੈ। ਇਹ ਕੁਝ ਖਾਸੀਅਤਾਂ ਨੇ ਜਿਹੜੀਆਂ ਸਾਨੂੰ ਧਿਆਨ ਵਿੱਚ ਰੱਖਣੀਆਂ ਨੇ ਲੈਜਰ ਦੇ ਸੰਬੰਧ ਵਿੱਚ। ਹੁਣ ਇਹਦੇ ਫਾਇਦੇ ਕੀ ਨੇ? ਹਰੇਕ ਚੀਜ਼ ਦੇ ਫਾਇਦੇ ਹੁੰਦੇ ਨੇ, ਨੁਕਸਾਨ ਵੀ ਹੁੰਦੇ ਨੇ, ਪਰ ਇਹਦੇ ਫਾਇਦੇ ਕੀ ਨੇ? ਸਾਨੂੰ ਕੰਪਲੀਟ ਇਨਫੋਰਮੇਸ਼ਨ ਮਿਲ ਜਾਂਦੀ, ਕੰਪਲੀਟ ਮਤਲਬ ਪੂਰੀ ਸਾਰੀ ਜਾਣਕਾਰੀ ਇੱਕੋ ਜਗ੍ਹਾ 'ਤੇ ਮਿਲ ਜਾਂਦੀ ਹੈ। ਅਤੇ ਲੈਜਰ ਦੀ ਹੈਲਪ ਨਾਲ ਅਸੀਂ ਟਰਾਇਲ ਬੈਲੈਂਸ ਬਣਾ ਸਕਦੇ ਹਾਂ, ਇਹ ਵੀ ਇੱਕ ਫਾਇਦਾ ਆ। ਅਤੇ ਇੱਥੋਂ ਇਹ ਪਤਾ ਲੱਗ ਸਕਦਾ ਹੈ ਕਿ ਜੋ ਅਸੀਂ ਖਾਤੇ ਵਿੱਚ ਅਜੇ ਤੱਕ ਆਪਣੀਆਂ ਐਂਟਰੀਆਂ ਪੋਸਟਿੰਗ ਕੀਤੀ ਹੈ, ਰਿਕਾਰਡਿੰਗ ਕੀਤੀ ਹੈ, ਉਹਦੇ ਮੁਤਾਬਕ ਜਿਹੜੇ ਡੈਬਿਟ ਸਾਡੇ ਬਰਾਬਰ ਹੈਗੇ ਆ ਕ੍ਰੈਡਿਟ ਦੇ ਕਿ ਨਹੀਂ ਹੈਗੇ। ਅਗਰ ਕੋਈ ਗਲਤੀ ਪਲਤੀ ਹੈਗੀ ਹੈ ਤਾਂ ਉਹਨੂੰ ਆਪਾਂ ਸੁਧਾਰ ਵੀ ਸਕਦੇ ਹਾਂ, ਉਹਨੂੰ ਲੱਭ ਸਕਦੇ ਹਾਂ। ਠੀਕ ਹੈ। ਇਹਦੇ ਨਾਲ ਸਾਨੂੰ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਦੇ ਬਾਰੇ, ਬਿਜ਼ਨਸ ਦੇ ਓਪਰੇਸ਼ਨ ਦਾ ਕੀ ਰਿਜ਼ਲਟ ਆ ਰਿਹਾ ਹੈਗਾ ਆ ਉਹ ਪਤਾ ਲੱਗਦਾ। ਬਿਜ਼ਨਸ ਫਾਇਦੇ 'ਚ ਜਾ ਰਿਹਾ, ਨੁਕਸਾਨ 'ਚ ਜਾ ਰਿਹਾ, ਇਸ ਚੀਜ਼ਾਂ ਦਾ ਵੀ ਇੱਥੋਂ ਪਤਾ ਲੱਗਦਾ। ਅਤੇ ਜਿਹੜੀ ਇਨਫੋਰਮੇਸ਼ਨ ਲੈਜਰ ਦੇ ਰਾਹੀਂ ਸਾਨੂੰ ਮਿਲਦੀ ਹੈ ਬਹੁਤ ਹੀ ਸੰਖੇਪਤ ਹੁੰਦੀ ਹੈ। ਸਮਰਾਈਜ਼ ਦਾ ਮਤਲਬ ਹੁੰਦਾ ਸੰਖੇਪਤ ਹੁੰਦੀ ਹੈ। ਐਨਾਲਿਸਿਸ ਅਤੇ ਇੰਟਰਪ੍ਰੀਟੇਸ਼ਨ ਉਹਦਾ ਆਸਾਨੀ ਦੇ ਨਾਲ ਕੀਤਾ ਜਾ ਸਕਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲੈਜਰ ਦੇ ਵਿੱਚ ਇੱਕ ਅਕਾਊਂਟ ਤਿਆਰ ਕੀਤੇ ਜਾਂਦੇ ਨੇ, ਵੱਖੋ ਵੱਖ ਅਕਾਊਂਟ ਤਿਆਰ ਕੀਤੇ ਜਾਂਦੇ ਨੇ। ਹਰੇਕ ਅਕਾਊਂਟ ਦੇ ਵਿੱਚ ਉਸ ਅਕਾਊਂਟ ਦੇ ਸੰਬੰਧਿਤ ਸਾਰੀ ਜਾਣਕਾਰੀ ਇੱਕੋ ਹੀ ਜਗ੍ਹਾ ਮੌਜੂਦ ਹੁੰਦੀ ਹੈ, ਅਤੇ ਆਪਾਂ ਉਹਦਾ ਆਸਾਨੀ ਦੇ ਨਾਲ ਐਨਾਲਿਸਿਸ ਕਰ ਸਕਦੇ ਹਾਂ, ਇੰਟਰਪ੍ਰੀਟੇਸ਼ਨ ਵੀ ਕਰ ਸਕਦੇ ਹਾਂ। ਐਨਾਲਿਸਿਸ ਦਾ ਮਤਲਬ ਹੁੰਦਾ ਆ ਉਹਦਾ ਵਿਸ਼ਲੇਸ਼ਣ ਕਰਨਾ, ਇੰਟਰਪ੍ਰੀਟੇਸ਼ਨ ਦਾ ਮਤਲਬ ਉਹਦਾ ਸਿੱਟਾ ਕੱਢਣਾ ਕੀਤਾ ਜਾ ਸਕਦਾ ਹੈ ਕਿ ਸਾਨੂੰ ਸੇਲ ਕਿੰਨੀ ਹੋਈ ਆ, ਪਰਚੇਜ਼ ਕਿੰਨੀ ਕੀਤੀ ਹੈ, ਖਰਚ ਜ਼ਿਆਦਾ ਹੋਏ, ਇਨਕਮ ਜ਼ਿਆਦਾ ਹੋਈ, ਜੋ ਵੀ ਹੈਗਾ ਉਹਦਾ ਐਨਾਲਿਸਿਸ ਕੀਤਾ ਜਾ ਸਕਦਾ। ਪ੍ਰੋਫਿਟ ਉਹਦੇ ਆਧਾਰ 'ਤੇ ਜਿਹੜੇ ਡਿਟਰਮਿਨ ਕੀਤੇ ਜਾ ਸਕਦੇ ਨੇ। ਇਹ ਕੁਝ ਫਾਇਦੇ ਨੇ ਕਿ ਇਕੱਠੀ ਜਾਣਕਾਰੀ ਮਿਲ ਜਾਂਦੀ ਹੈ, ਸਾਨੂੰ ਟਰਾਇਲ ਬੈਲੈਂਸ ਬਣਾਉਣ 'ਚ ਆਸਾਨੀ ਮਿਲਦੀ ਹੈ, ਬਿਜ਼ਨਸ ਦੀ ਸਹੀ ਸਥਿਤੀ ਦਾ ਪਤਾ ਲੱਗਦਾ ਆ, ਅਤੇ ਜਿਹੜੀ ਜਾਣਕਾਰੀ ਅਸੀਂ ਲੈਜਰ ਦੇ ਰਾਹੀਂ ਸਾਨੂੰ ਮਿਲਦੀ ਹੈ ਉਹ ਬੜੀ ਹੀ ਸੰਖੇਪਤ ਹੁੰਦੀ ਹੈ। ਐਨਾਲਿਸਿਸ ਉਹਦਾ ਕੀਤਾ ਜਾ ਸਕਦਾ ਅਤੇ ਐਨਾਲਾਈਜ਼ਡ ਕੀਤਾ ਇੰਟਰਪ੍ਰੀਟੇਸ਼ਨ ਵੀ ਉਹਦੀ ਕੀਤੀ ਜਾ ਸਕਦੀ ਹੈ। ਹੁਣ ਲੈਜਰ ਦੇ ਵਿੱਚ ਜੋ ਐਂਟਰੀ ਆ, ਉੱਦਾਂ ਇੱਥੇ ਐਂਟਰੀ ਲਿਖ ਦਿੱਤਾ ਹੈਗਾ, ਐਂਟਰੀ ਨਹੀਂ ਹੁੰਦੀ, ਉਹਦਾ ਪੋਸਟਿੰਗ ਹੁੰਦਾ ਹੈ। ਉਹਦਾ ਲੈਜਰ ਦੀ ਜਿਹੜੀ ਪੋਸਟਿੰਗ ਆ ਉਹ ਕਿੱਦਾਂ ਕੀਤੀ ਜਾਂਦੀ, ਉਹਦੇ ਸਟੈਪਸ ਨੇ ਕੁਛ, ਉਹ ਸਟੈਪਸ ਆਪਾਂ ਨੂੰ ਚੇਤੇ ਰੱਖਣੇ ਆ। ਉਹ ਸਟੈਪਸ ਕੀ ਨੇ ਅੱਗੇ ਤੁਹਾਨੂੰ ਆ ਰਹੇ ਨੇ। ਜਿੱਦਾਂ ਆਪਾਂ ਐਗਜ਼ਾਮਪਲ ਲੈਂਦੇ ਹਾਂ, ਤੁਸੀਂ ਇਹ ਐਂਟਰੀਜ਼ ਬਹੁਤ ਕੀਤੀਆਂ ਜਨਰਲ ਜਦ ਆਪਾਂ ਟੌਪਿਕ ਪੜ੍ਹ ਰਹੇ ਸੀਗੇ, ਤੁਸੀਂ ਇਹ ਐਂਟਰੀ ਇਸ ਤਰ੍ਹਾਂ ਦੀਆਂ ਬਹੁਤ ਕੀਤੀਆਂ ਨੇ। ਜਿੱਦਾਂ ਇੱਥੇ ਐਗਜ਼ਾਮਪਲ ਦੇ ਤੌਰ 'ਤੇ ਸਾਡੇ ਕੋਲ ਇੱਕ ਐਂਟਰੀ ਹੈਗੀ ਆ, ਮਿਸਟਰ ਰਾਮ ਨੇ ਬਿਜ਼ਨਸ ਸ਼ੁਰੂ ਕੀਤਾ ਕੈਸ਼ ਦੇ ਨਾਲ, 5 ਲੱਖ ਦਾ ਕੈਸ਼ ਸੀਗਾ ਉਹਦੇ ਕੋਲ। 1 ਜੂਨ 2003 ਨੂੰ ਉਹਨੇ ਇਹ ਬਿਜ਼ਨਸ ਦੀ ਜਿਹੜੀ ਆ ਆਰੰਭਤਾ ਕੀਤੀ ਹੈਗੀ ਆ। ਅਤੇ ਤੁਸੀਂ ਇਹਦੀ ਜਨਰਲ ਐਂਟਰੀ ਕਿਸ ਤਰ੍ਹਾਂ ਕਰਦੇ ਹੋ? ਉਹਦੀ ਜਨਰਲ ਐਂਟਰੀ ਹੋ ਗਈ ਵਿਦ ਨਰੇਸ਼ਨ, ਸਭ ਕੁਛ ਕਲੀਅਰ ਕੱਟ ਦਿੱਤਾ ਹੋਇਆ ਹੈ। ਉੱਤੇ ਮੰਥ ਲਿਖਤਾ, ਤੁਸੀਂ ਡੇਟ ਲਿਖਤੀ, ਉਸ ਤੋਂ ਬਾਅਦ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ ਆ ਗਿਆ। 5 ਲੱਖ ਰੁਪਈਆ ਕੈਸ਼ 'ਚ ਚਲਾ ਗਿਆ, ਕੈਪੀਟਲ 'ਚ ਵੀ 5 ਲੱਖ ਚਲਾ ਗਿਆ, ਅਤੇ ਨਰੇਸ਼ਨ 'ਚ ਲਿਖਤਾ ਕਿ ਬਈ ਬਿਜ਼ਨਸ ਸ਼ੁਰੂ ਹੋਇਆ ਹੈਗਾ ਵਿਦ 5 ਲੱਖ ਰੁਪੀਜ਼।
ਸਭ ਤੋਂ ਪਹਿਲਾਂ ਤੁਸੀਂ ਇਸ ਜਨਰਲ ਐਂਟਰੀ ਦੇ ਵਿੱਚ ਹੁਣ ਆਪਾਂ ਲੈਜਰ ਬਣਾਉਣੇ ਆ ਇਹਦੇ ਹਰੇਕ ਜਨਰਲ ਐਂਟਰੀ ਨੂੰ ਤੁਸੀਂ ਕੀ ਕਰਨਾ ਹੈਗਾ, ਉਹਦੀ ਜਾਂਚ ਪੜਤਾਲ ਕਰਨੀ ਹੈ ਕਿ ਉਹਦੇ ਵਿੱਚ ਕਿੰਨੇ ਖਾਤੇ ਸ਼ਾਮਲ ਨੇ। ਜਿੰਨੇ ਖਾਤੇ ਸ਼ਾਮਲ ਨੇ ਉਨੇ ਹੀ ਖਾਤੇ ਤੁਹਾਨੂੰ ਲੈਜਰ ਬਣਾਉਣੇ ਪੈਣੇ, ਉਨੇ ਹੀ ਲੈਜਰ ਤਿਆਰ ਕਰਨੇ ਪੈਣੇ। ਹੁਣ ਅਗਰ ਇਸ ਐਂਟਰੀ ਦਾ ਅਸੀਂ ਪੋਸਟਮਾਰਟਮ ਕਰੀਏ, ਇਹਦੇ ਵਿੱਚ 2 ਖਾਤੇ ਸ਼ਾਮਿਲ ਨਜ਼ਰ ਆ ਰਹੇ ਨੇ, ਅਤੇ ਉਹ ਕਿਹੜੇ ਕਿਹੜੇ ਨੇ? ਕੈਸ਼ ਅਕਾਊਂਟ ਐਂਡ ਰਾਮ ਕੈਪੀਟਲ ਅਕਾਊਂਟ। ਕੈਸ਼ ਅਕਾਊਂਟ ਐਂਡ ਰਾਮ ਕੈਪੀਟਲ ਅਕਾਊਂਟ ਦੋਨੋਂ ਖਾਤੇ ਨਜ਼ਰ ਆ ਰਹੇ ਨੇ। ਇਹਦੇ ਵਿੱਚ ਇੱਕ ਖਾਤਾ ਡੈਬਿਟ ਹੋਇਆ ਹੈਗਾ, ਕੈਸ਼ ਅਕਾਊਂਟ ਕੀ ਹੋਇਆ? ਡੈਬਿਟ। ਅਤੇ ਰਾਮ ਅਕਾਊਂਟ ਕੀ ਹੋਇਆ? ਕ੍ਰੈਡਿਟ। ਇਹ ਯਾਦ ਰੱਖਣਾ ਕਿਉਂਕਿ ਜਦ ਆਪਾਂ ਲੈਜਰ ਬਣਾਉਣੇ ਆ ਇਸ ਚੀਜ਼ ਦੀ ਸਾਨੂੰ ਲੋੜ ਪੈਣੀ ਹੈ। ਹੁਣ ਆਪਾਂ ਐਨਾਲਿਸਿਸ ਕਰ ਲਿਆ ਕਿੰਨੇ ਖਾਤੇ ਸ਼ਾਮਲ ਹੈ। ਨੈਕਸਟ ਆਪਾਂ ਕੀ ਜਾਵਾਂਗੇ, ਹੁਣ ਇਹਦੇ ਮੁਤਾਬਕ ਜੋ ਇਹ ਐਂਟਰੀ ਇਕੱਲੀ ਇਸ ਐਂਟਰੀ ਦੀ ਗੱਲ ਹੋ ਰਹੀ ਹੈ, ਇਹਦੇ ਮੁਤਾਬਕ 2 ਲੈਜਰ ਤਿਆਰ ਹੋ ਸਕਦੇ ਨੇ। ਕਿਹੜੇ ਕਿਹੜੇ 2 ਲੈਜਰ ਤਿਆਰ ਹੋ ਸਕਦੇ ਨੇ? ਇੱਕ ਕੈਸ਼ ਅਕਾਊਂਟ, ਇੱਕ ਰਾਮ ਦਾ ਕੈਪੀਟਲ ਅਕਾਊਂਟ, ਕਿਉਂਕਿ ਇਸ ਐਂਟਰੀ ਵਿੱਚ 2 ਖਾਤੇ ਸ਼ਾਮਲ ਨੇ ਅਤੇ ਸਾਨੂੰ 2 ਖਾਤੇ ਬਣਾਉਣੇ ਪੈ ਸਕਦੇ ਨੇ। ਅਤੇ ਕੈਸ਼ ਅਕਾਊਂਟ ਅਤੇ ਰਾਮ ਕੈਪੀਟਲ ਅਕਾਊਂਟ ਬਣਾਉਣਾ ਹੈ। ਹੁਣ ਲੈਜਰ ਦਾ ਪਰਫੋਰਮਾ ਤੁਹਾਡੇ ਸਾਹਮਣੇ ਦੁਬਾਰਾ ਤੋਂ ਇੱਕ ਵਾਰ ਲੈ ਕੇ ਆਇਆ ਹੈਗਾ। ਲੈਜਰ ਦਾ ਪਰਫੋਰਮਾ ਡੇਟ, ਪਰਟੀਕੂਲਰ, JF, ਅਮਾਊਂਟ ਡੈਬਿਟ ਸਾਈਡ ਦੇ ਵਿੱਚ, ਇਹ 4 ਚੀਜ਼ਾਂ ਕ੍ਰੈਡਿਟ ਸਾਈਡ ਦੇ ਵਿੱਚ, ਡੇਟ, ਪਰਟੀਕੂਲਰ, JF ਅਤੇ ਅਮਾਊਂਟ। ਠੀਕ ਹੈ ਜੀ। ਇਸ ਤਰੀਕੇ ਨਾਲ ਸਾਨੂੰ 2 ਅਕਾਊਂਟ ਬਣਾਉਣੇ ਪੈਣੇ ਆ ਅਤੇ ਇਸ ਕਰਕੇ ਸਾਨੂੰ 2 ਇਸ ਤਰੀਕੇ ਦੇ ਪਰਫੋਰਮੇ ਤਿਆਰ ਕਰਨੇ ਪੈਣੇ ਆ। ਹੁਣ ਇਹਨਾਂ ਪਰਫੋਰਮਿਆਂ ਦੇ ਵਿੱਚ ਐਂਟਰੀਆਂ, ਜਿਹੜੀ ਐਂਟਰੀ ਸਾਡੇ ਕੋਲ ਸੀਗੀ, ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਜਿਹੜੇ ਪਰਫੋਰਮੇ ਹੈਗੇ, ਇੱਥੇ ਜਿਹੜਾ ਸਭ ਤੋਂ ਉੱਤੇ ਨੇਮ ਆਫ ਦਾ ਅਕਾਊਂਟ ਦਾ ਜਗ੍ਹਾ ਆ ਰਹੀ ਹੈ, ਇੱਥੇ ਇਹਨਾਂ ਦੇ ਨਾਮ ਲਿਖਣੇ ਆ। ਜਿੱਦਾਂ ਕੈਸ਼ ਅਕਾਊਂਟ ਲਿਖ ਸਕਦੇ ਹੋ ਕਿਉਂਕਿ ਆਪਣੀ 2 ਖਾਤੇ ਸ਼ਾਮਲ ਨੇ, ਕੈਸ਼ ਅਕਾਊਂਟ ਆ ਇੱਕ, ਦੂਸਰਾ ਜਿਹੜਾ ਇੱਥੇ ਹੈਗਾ ਆ ਉਹ ਹੈਗਾ ਰਾਮ ਕੈਪੀਟਲ। ਜਿੱਦਾਂ ਆਪਾਂ ਇਹਨੂੰ ਕੈਸ਼ ਅਕਾਊਂਟ ਦਾ ਨਾਮ ਦੇਵਾਂਗੇ, ਅੱਗੇ ਤੁਸੀਂ ਦੇਖੋਗੇ ਇਸ ਚੀਜ਼ ਨੂੰ। ਫਿਰ ਸੈਕਿੰਡ ਅਕਾਊਂਟ ਜਿਹੜਾ ਬਣੂਗਾ ਰਾਮ ਦਾ ਕੈਪੀਟਲ ਅਕਾਊਂਟ ਤਿਆਰ ਕੀਤਾ ਜਾਊਗਾ। ਅਤੇ ਇਸ ਤਰੀਕੇ ਨਾਲ ਇਹ 2 ਖਾਤੇ ਤੁਸੀਂ ਲਿਖੋਗੇ ਅਤੇ ਇਹਨਾਂ ਦਾ ਨਾਮ ਸਭ ਤੋਂ ਪਹਿਲਾਂ ਉੱਤੇ ਲਿਖਿਆ ਜਾਊਗਾ। ਜਿੱਦਾਂ ਇੱਥੇ ਲਿਖ ਦਿੱਤਾ ਹੈਗਾ ਕੈਸ਼ ਅਕਾਊਂਟ, ਇੱਕ ਅਕਾਊਂਟ ਉਹਦਾ ਬਣਨਾ ਕੈਸ਼ ਅਕਾਊਂਟ ਦਾ, ਦੂਜਾ ਰਾਮ ਕੈਪੀਟਲ ਅਕਾਊਂਟ ਦਾ ਬਣਨਾ ਹੈਗਾ। ਹੁਣ ਆਪਾਂ ਡੇਟਸ ਪਾਵਾਂਗੇ ਇਹਨਾਂ ਦੇ ਵਿੱਚ, ਡੇਟ ਦੋਨਾਂ ਦੀ ਸੇਮ ਹੋਊਗੀ। ਕੈਸ਼ ਅਕਾਊਂਟ ਡੈਬਿਟ ਹੋਇਆ ਸੀ, ਐਂਟਰੀ ਕੀ ਸੀ? ਕੈਸ਼ ਟੂ ਕੈਪੀਟਲ। ਐਂਟਰੀ ਆਪਣੀ ਦਿਮਾਗ 'ਚ ਰੱਖਣੀ ਹੈ। ਐਂਟਰੀ ਸੀਗੀ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਡਬਲ ਐਂਟਰੀ ਸਿਸਟਮ ਆ। ਕੈਸ਼ ਅਕਾਊਂਟ ਦਾ ਆਪਾਂ ਪਹਿਲਾਂ ਬਣਾ ਰਹੇ ਹਾਂ। ਕੈਸ਼ ਅਕਾਊਂਟ ਕੀ ਹੋਇਆ ਸੀ? ਡੈਬਿਟ। ਡੈਬਿਟ ਸਾਈਡ 'ਤੇ ਡੇਟ ਪਾਉਣੀ ਸਭ ਤੋਂ ਪਹਿਲਾਂ। ਇੱਦਾਂ ਹੀ ਕੈਪੀਟਲ ਅਕਾਊਂਟ ਅਗਲੀ ਐਂਟਰੀ ਦੇ ਵਿੱਚ ਤੁਸੀਂ ਇਹ ਵੀ ਯਾਦ ਰੱਖਣਾ, 2 ਚੀਜ਼ਾਂ ਇੱਥੇ ਯਾਦ ਰੱਖਣ ਵਾਲੀਆਂ ਜਿਹੜੀਆਂ ਸਮਝਣ ਵਾਲੀਆਂ ਨੇ ਕਿ ਜਦ ਤੁਸੀਂ ਡੈਬਿਟ ਸਾਈਡ 'ਤੇ ਕੋਈ ਵੀ ਚੀਜ਼ ਲਿਖਣੀ, ਅਕਾਊਂਟ ਲਿਖਣਾ, ਉਹਦਾ ਅੱਗੇ ਟੂ ਲਿਖਣਾ ਹੈਗਾ, ਅਤੇ ਜਿਹੜੀ ਵੀ ਚੀਜ਼ ਤੁਸੀਂ ਕ੍ਰੈਡਿਟ ਸਾਈਡ 'ਤੇ ਲਿਖਣੀ ਉਹਦੇ ਮੂਹਰੇ ਬਾਏ ਤੋਂ ਸਟਾਰਟ ਕਰਨਾ ਹੈ। ਅਤੇ ਇਹ 2 ਚੀਜ਼ਾਂ ਯਾਦ ਰੱਖਣੀਆਂ ਨੇ। ਹੁਣ ਕੈਸ਼ ਅਕਾਊਂਟ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਕਿ ਆਪਾਂ ਕਿੱਦਾਂ ਪੋਸਟਿੰਗ ਕੀਤੀ ਹੈ। ਕੈਸ਼ ਅਕਾਊਂਟ ਦੀ ਡੈਬਿਟ, ਕੈਸ਼ ਅਕਾਊਂਟ ਡੈਬਿਟ ਹੋਇਆ, ਉਹਦੀ ਡੈਬਿਟ ਸਾਈਡ 'ਤੇ ਡੇਟ ਪਾ ਦਿੱਤੀ, ਫਿਰ ਟੂ ਲਿਖਣਾ ਕਿਉਂਕਿ ਹੁਣੇ ਦੱਸਿਆ ਪਿਛਲੀ ਸਲਾਈਡ 'ਚ ਡੈਬਿਟ ਸਾਈਡ 'ਤੇ ਜਿਹੜੀਆਂ ਵੀ ਚੀਜ਼ਾਂ ਲਿਖੀਆਂ ਜਾਣਗੀਆਂ ਪਰਟੀਕੂਲਰ ਵਾਲੇ ਖਾਨੇ 'ਚ ਉਹ 2 ਤੋਂ ਸਟਾਰਟ ਹੋਣਗੀਆਂ। 2 ਲਿਖਣਾ ਅਤੇ ਇਸ ਅਕਾਊਂਟ ਦਾ ਨਾਮ ਤਾਂ ਆਉਣਾ ਨਹੀਂ ਹੈਗਾ, ਜਿਹੜਾ ਅਕਾਊਂਟ ਬਣਾ ਰਿਹਾ ਉਹਦਾ ਖੁਦ ਦਾ ਨਾਮ ਨਹੀਂ ਆਊਗਾ। ਹੁਣ ਉਸ ਤੋਂ ਇਲਾਵਾ ਕਿਹੜਾ ਅਕਾਊਂਟ ਆਊਗਾ? ਟੂ ਰਾਮ ਅਕਾਊਂਟ। ਆਪਣੀ ਐਂਟਰੀ 'ਚ ਵੀ ਇੱਦਾਂ ਹੀ ਸੀਗਾ, ਕੈਸ਼ ਅਕਾਊਂਟ ਡੈਬਿਟ ਟੂ ਰਾਮ, ਇੱਥੇ ਟੂ ਰਾਮ ਅਕਾਊਂਟ ਲਿਖਤਾ, ਇੱਥੇ ਲਿਖਣਾ ਸੀ ਟੂ ਰਾਮ ਕੈਪੀਟਲ ਅਕਾਊਂਟ। ਅਤੇ ਇਹ ਚੀਜ਼ ਤੁਸੀਂ ਇੱਥੇ ਯਾਦ ਰੱਖਣੀ ਹੈ ਲਿਖਣ ਵੇਲੇ, ਅਤੇ ਡੈਬਿਟ ਸਾਈਡ ਤੁਸੀਂ ਇਹ ਲਿਖ ਦੇਣਾ ਹੈਗਾ। ਹੁਣ ਇਹਦੇ ਵਿੱਚ ਅਮਾਊਂਟ ਲਿਖਣਾ ਹੈਗਾ ਲਾਸਟ ਵਿੱਚ, ਅਮਾਊਂਟ ਵਾਲੇ ਖਾਨੇ 'ਚ ਅਮਾਊਂਟ ਲਿਖ ਦੇਣਾ ਹੈਗਾ ਆ। ਅਮਾਊਂਟ ਹੈਗਾ ਆ 5 ਲੱਖ, ਉਹ ਲਿਖਤਾ। ਹੁਣ ਤੁਹਾਡਾ ਇਹ ਕੈਸ਼ ਅਕਾਊਂਟ 'ਚ ਇਹ ਐਂਟਰੀ ਦਰਜ ਹੋ ਗਈ ਆ, ਪੋਸਟ ਹੋ ਗਈ ਆ। ਹੁਣ ਇਹਦਾ ਦੂਜਾ ਅਕਾਊਂਟ ਕਿਹੜਾ ਸੀਗਾ? ਕੈਪੀਟਲ ਅਕਾਊਂਟ। ਪਹਿਲਾਂ ਤਾਂ ਇਹਨਾਂ ਨੇ ਚਲੋ ਇਸੇ ਅਕਾਊਂਟ ਨੂੰ ਡੈਬਿਟ ਕ੍ਰੈਡਿਟ ਦਾ ਟੋਟਲ ਸਮਅਪ ਕਰਨ ਲਈ ਕਿਹਾ ਹੈਗਾ। ਹੁਣ ਇੱਥੇ ਡੈਬਿਟ ਸਾਈਡ ਦੇ ਵਿੱਚ ਅਗਰ ਆਪਾਂ ਕਹੀਏ ਕਿ ਇੱਕੋ ਹੀ ਐਂਟਰੀ ਸੀਗੀ, ਅਗਰ ਹੋਰ ਐਂਟਰੀਆਂ ਵੀ ਹੁੰਦੀਆਂ ਤਾਂ ਫਿਰ ਆਪਾਂ ਉਹ ਵੀ ਕਰੀ ਜਾਣੀਆਂ ਇਸੇ ਤਰੀਕੇ ਨਾਲ। ਅਤੇ ਐਂਡ ਦੇ ਵਿੱਚ ਜਿਹੜੀਆਂ ਆਹ ਲਾਈਨਾਂ ਬਾਹ ਕੇ 2 ਲਾਈਨਾਂ ਨਾਲ ਐਂਡ ਕੀਤਾ ਹੈ, ਜਦ ਵੀ ਆਪਾਂ ਇਹ 2 ਲਾਈਨਾਂ ਇੱਦਾਂ ਬਾਹ ਦਾਂਗੇ ਤਾਂ ਇਹਦਾ ਮਤਲਬ ਹੈ ਅਕਾਊਂਟ ਕਲੋਜ਼ ਹੋ ਜਾਊਗਾ। ਆਮ ਤੌਰ 'ਤੇ ਮਹੀਨੇ ਦੇ ਐਂਡ 'ਚ, ਸਾਲ ਦੇ ਐਂਡ 'ਚ ਅਕਾਊਂਟ ਕਲੋਜ਼ ਕੀਤਾ ਜਾਂਦਾ ਹੈ। ਹਰ ਮਹੀਨੇ ਦੇ ਐਂਡ 'ਚ ਕਲੋਜ਼ ਕਰਕੇ ਅਗਲੇ ਮਹੀਨੇ ਉਹਦਾ ਬੈਲੈਂਸ ਕੈਰੀ ਫੋਰਵਰਡ ਕੀਤਾ ਜਾਂਦਾ ਹੈ। ਇੱਦਾਂ ਹੀ ਅਗਲੇ ਮਹੀਨੇ, ਫਿਰ ਅਗਲੇ ਮਹੀਨੇ ਚਲਦੇ 31 ਮਾਰਚ ਤੱਕ ਇਹ ਅਕਾਊਂਟ ਜਿਹੜੇ ਨੇ ਇੱਦਾਂ ਹੀ ਚੱਲਦੇ ਰਹਿੰਦੇ ਨੇ। ਅਤੇ ਇਹਨਾਂ ਦੇ ਬੈਲੈਂਸ ਜਿਹੜੇ ਵੀ ਬਚਦੇ ਨੇ ਡੈਬਿਟ ਕ੍ਰੈਡਿਟ ਦਾ, ਜਦ ਤੁਸੀਂ ਟੋਟਲ ਲਾਓਗੇ ਇੱਕ ਸਾਈਡ ਵੱਧ ਇੱਕ ਸਾਈਡ ਘੱਟ ਹੋ ਸਕਦੀ ਹੈ, ਓਬਵੀਅਸ ਆ। ਕਈ ਵਾਰ ਅਗਰ ਬਰਾਬਰ ਹੈ ਫਿਰ ਤਾਂ ਕੋਈ ਬੈਲੈਂਸ ਨਹੀਂ ਬਚਣਾ, ਫਿਰ ਤਾਂ ਨਵੇਂ ਸਿਰਿਓਂ ਅਗਲੇ ਮਹੀਨੇ ਨਵੇਂ ਸਿਰਿਓਂ ਗੱਲਬਾਤ ਸ਼ੁਰੂ ਹੋਣੀ ਹੈ। ਲੇਕਿਨ ਅਗਰ ਪਿਛਲੇ ਮਹੀਨੇ ਕੋਈ ਡੈਬਿਟ ਕ੍ਰੈਡਿਟ ਦੇ ਟੋਟਲ ਦੇ ਵਿੱਚ ਅੰਤਰ ਸੀਗਾ ਅਤੇ ਉਹਨੂੰ ਤੁਸੀਂ ਬੈਲੈਂਸ ਲੈ ਕੇ ਅਗਲੇ ਮਹੀਨੇ ਲੈ ਜਾਓਗੇ ਉਹ ਬੈਲੈਂਸ। ਅਤੇ ਜਿਹੜੀ ਡੈਬਿਟ ਸਾਈਡ ਆ ਉਹ 2 ਤੋਂ ਸ਼ੁਰੂ ਹੋਣੀ ਹੈ, ਜਿਹੜੀ ਕ੍ਰੈਡਿਟ ਸਾਈਡ ਹੁਣ ਅਗਲੇ ਅਕਾਊਂਟ ਦੀ ਗੱਲ ਕਰਾਂਗੇ ਜਦ, ਅਤੇ ਉਹ ਬਾਏ ਤੋਂ ਇੱਥੇ ਸ਼ੁਰੂ ਹੁੰਦੀ ਹੈ, ਜਿਹੜੇ ਵੀ ਅਕਾਊਂਟ ਦਾ ਤੁਸੀਂ ਨਾਮ ਲਿਖਣਾ ਹੈਗਾ। ਅੱਗੇ ਚੱਲਦੇ ਹਾਂ। ਹੁਣ ਕ੍ਰੈਡਿਟ ਸਾਈਡ ਦੀ ਗੱਲ ਕਰਦੇ ਹਾਂ। ਡੈਬਿਟ ਕ੍ਰੈਡਿਟ ਵਿਦ ਇੱਕ ਇਹਨਾਂ ਨੇ ਕਿਹਾ ਹੈਗਾ ਬੈਲੈਂਸ ਜਿਹੜਾ ਹੈਗਾ ਕਿਸੇ ਵੀ ਅਕਾਊਂਟ ਦਾ ਬੈਲੈਂਸ ਹੋਊਗਾ, ਉਹ ਬੈਲੈਂਸ ਲਿਖਣ ਵਾਸਤੇ ਤੁਸੀਂ ਆਹ ਸ਼ਬਦ ਵਰਤੋਂ ਕਰੋਗੇ ਬਾਏ ਬੈਲੈਂਸ
अगर बाय वाली साइड हैगा आ मतलब क्रेडिट साइड है तो बाय लिख दिओ, अगर टू वाली साइड है तो टू बैलेंस सी डी लिख दिओ। सी डी का मतलब है कैरीड डाउन, मतलब थल्ले वाल नूं लैके जाया जा रहा, मतलब अगले महीने वाल नूं लैके जाया जा रहा। इहनूं कैरीड डाउन भी लिख सकते हैं, कैरी फॉरवर्ड भी लिख सकते हैं। फॉरवर्ड मतलब अगे वाल नूं लैके जाना, डाउन मतलब थल्ले वाल नूं लैके जाना। लैके मतलब दोनों अगे वाल नूं ही जा रहे हैं आपां। इस महीने का बैलेंस अगले महीने का बैलेंस अगले महीने, इस तरीके नाल। ते अगर टू बैलेंस सी डी हैगा मतलब अगर टू वाली साइड ते बैलेंस बचिया हैगा तो टू बैलेंस सी डी लिख दिओ। अगर बाय वाली साइड ते बैलेंस हैगा तो बाय बैलेंस सी डी या सी एफ भी लिख सकते हो। सी डी या सी एफ दोनों चीज़ां सही मनिया जाणगियां। ਇਹਦੇ ਨਾਲ ਕੀ ਹੋਊਗਾ ਕਿ ਇਹ ਬੈਲੈਂਸ ਕਿੱਦਾਂ ਪਤਾ ਲੱਗਦਾ ਹੈ, ਤੁਹਾਨੂੰ ਦੱਸਿਆ ਸੀਗਾ ਬੈਲੈਂਸ ਕਿੱਦਾਂ ਪਤਾ ਲੱਗਦਾ ਜਦ ਤੁਸੀਂ ਅਕਾਊਂਟ ਬਣਾਉਂਦੇ ਹੋ। ਡੈਬਿਟ ਸਾਈਡ ਕ੍ਰੈਡਿਟ ਸਾਈਡ ਦੋਨੋਂ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਲਿਖਿਆ ਹੁੰਦਾ ਆ, ਟੋਟਲ ਕਰਦੇ ਹੋ। ਜਿਹੜੀ ਸਾਈਡ ਦਾ ਟੋਟਲ ਘੱਟ ਰਹਿ ਜਾਂਦਾ ਆ, ਜਿੱਦਾਂ ਇਹਦਾ ਘੱਟ ਰਹਿ ਗਿਆ ਤਾਂ ਇੱਧਰ ਬੈਲੈਂਸ ਆ ਜਾਊਗਾ ਬਾਏ ਬੈਲੈਂਸ, ਅਗਰ ਇੱਦਾਂ ਘੱਟ ਰਹਿ ਗਿਆ ਤਾਂ ਇੱਧਰ ਬੈਲੈਂਸ ਆ ਜਾਊਗਾ ਟੂ। ਇੱਕ ਟਾਈਮ 'ਤੇ ਇੱਕੋ ਹੀ ਬੈਲੈਂਸ ਆਉਣਾ ਆ, ਜਾਂ ਤਾਂ ਡੈਬਿਟ ਬੈਲੈਂਸ ਆਊਗਾ ਜਾਂ ਕ੍ਰੈਡਿਟ ਬੈਲੈਂਸ ਆਊਗਾ। ਡੈਬਿਟ ਬੈਲੈਂਸ ਦਾ ਮਤਲਬ ਇਹ ਹੈਗਾ ਆ ਕਿ ਡੈਬਿਟ ਸਾਈਡ ਵੱਧ ਆ। ਡੈਬਿਟ ਬੈਲੈਂਸ ਦਾ ਮਤਲਬ ਹੈ ਕਿ ਡੈਬਿਟ ਇਜ਼ ਗ੍ਰੇਟਰ ਦੈਨ ਕ੍ਰੈਡਿਟ, ਐਂਡ ਕ੍ਰੈਡਿਟ ਬੈਲੈਂਸ ਦਾ ਮਤਲਬ ਇਹ ਹੈਗਾ ਆ ਕਿ ਕ੍ਰੈਡਿਟ ਸਾਈਡ ਵੱਧ ਹੈਗੀ ਆ ਡੈਬਿਟ ਸਾਈਡ ਤੋਂ। ਇਹ ਯਾਦ ਰੱਖਣਾ। ਅੱਗੇ ਚੱਲਦੇ ਹਾਂ ਕੈਸ਼ ਅਕਾਊਂਟ ਦੇ ਵਿੱਚ। ਹੁਣ ਜਿੱਦਾਂ ਇਹਦੀ ਬੈਲੈਂਸਿੰਗ ਹੋ ਰਹੀ ਆ, ਬੈਲੈਂਸਿੰਗ ਕਿੱਦਾਂ ਹੋ ਰਹੀ ਆ ਮੈਂ ਤੁਹਾਨੂੰ ਦੱਸਿਆ ਸੀ। ਬੈਲੈਂਸਿੰਗ ਮੰਥ ਦੇ ਐਂਡ 'ਚ ਹੁੰਦੀ ਆ। ਸਪੋਜ਼ ਆਪਾਂ ਮੰਨੀਏ ਕਿ ਇੱਕੋ ਹੀ ਐਂਟਰੀ ਸੀਗੀ ਅਤੇ ਉਹ ਐਂਟਰੀ ਅਸੀਂ ਡੈਬਿਟ ਸਾਈਡ 'ਤੇ ਪਾ ਦਿੱਤੀ। ਹੁਣ ਇਹਦਾ ਬੈਲੈਂਸ ਜਦ ਆਪਾਂ ਕੱਢਣਾ ਹੈ 31 ਜੂਨ ਨੂੰ, ਕਿਉਂਕਿ ਜੂਨ ਮਹੀਨੇ ਦੀ ਗੱਲ ਹੋ ਰਹੀ ਹੈ, ਜੂਨ ਮਹੀਨੇ ਦੀ ਲਾਸਟ ਡੇਟ ਹੁੰਦੀ ਹੈ 30 ਜੂਨ। ਉੱਦਣ ਤੁਸੀਂ ਬਾਏ ਇੱਥੇ ਲਿਖਣਾ ਭੁੱਲ ਗਏ, ਇਹ ਬਾਏ ਬੈਲੈਂਸ ਸੀ ਡੀ ਲਿਖਣਾ ਹੈ। ਅਤੇ ਇੱਧਰਲਾ ਟੋਟਲ 5 ਲੱਖ ਸੀਗਾ, ਇੱਧਰ ਕੁਝ ਨਹੀਂ ਸੀਗਾ ਅਤੇ ਇੱਧਰ ਬੈਲੈਂਸ ਲਿਖ ਕੇ 5 ਲੱਖ ਦਾ ਅਤੇ ਫਾਈਨਲ ਟੋਟਲ 5 ਲੱਖ ਦੇ ਬਰਾਬਰ ਕਰ ਦਿੱਤਾ ਜਾਂਦਾ ਹੈ। ਅਤੇ ਇਸ ਤਰੀਕੇ ਨਾਲ ਇਹਨੂੰ ਲੈਜਰ ਦੀ ਬੈਲੈਂਸਿੰਗ ਕਿਹਾ ਜਾਂਦਾ ਹੈ। ਲੈਜਰ ਨੂੰ ਬੈਲੈਂਸ ਕਰਨਾ, ਲੈਜਰ ਬੈਲੈਂਸਿੰਗ, ਇਹਨੂੰ ਲੈਜਰ ਦੀ ਬੈਲੈਂਸਿੰਗ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਜਿਹੜਾ ਪਿਛਲਾ ਬੈਲੈਂਸ ਹੁੰਦਾ ਹੈ ਉਹਨੂੰ ਕੈਰੀ ਫੋਰਵਰਡ ਕੀਤਾ ਜਾਂਦਾ ਹੈ, ਅਤੇ ਜਦ ਅਗਲੇ ਮਹੀਨੇ ਸ਼ੁਰੂਆਤ ਹੋਊਗੀ ਅਤੇ ਉਹਨੂੰ ਲਿਖਿਆ ਜਾਂਦਾ ਹੈਗਾ ਬੈਲੈਂਸ ਬਰੌਟ ਡਾਊਨ, ਮਤਲਬ ਲਿਆਂਦਾ ਗਿਆ। ਇਹ ਲਿਆਂਦਾ ਗਿਆ ਸੀਗਾ, ਉਹ ਭੇਜਿਆ ਗਿਆ ਸੀਗਾ। ਕੈਰੀ ਫੋਰਵਰਡ ਮਤਲਬ ਅੱਗੇ ਲਿਆਇਆ ਗਿਆ ਸੀਗਾ, ਇਹ ਉੱਥੋਂ ਲੈ ਕੇ ਆਇਆ ਗਿਆ ਹੈਗਾ। ਅਤੇ ਇਹਨੂੰ ਕਹਾਂਗੇ ਆਪਾਂ ਬਰੌਟ ਡਾਊਨ ਜਾਂ ਬਰੌਟ ਫੋਰਵਰਡ। ਅਤੇ ਇਹਦੇ ਬਾਰੇ ਹੁਣ ਕਿਸ ਤਰੀਕੇ ਨਾਲ ਜਦ ਅਗਲਾ ਮਹੀਨਾ ਸਟਾਰਟ ਹੋਊਗਾ। ਆਹ ਦੇਖੋ ਕੈਸ਼ ਅਕਾਊਂਟ ਪਿਛਲਾ ਮਹੀਨਾ ਕਲੋਜ਼ ਹੋ ਗਿਆ, ਬੈਲੈਂਸ ਤੁਸੀਂ ਲਿਖ ਲਿਆ। ਅਤੇ ਹੁਣ ਜਿਹੜੀ ਸਾਈਡ ਬੈਲੈਂਸ ਵੱਧ ਸੀਗਾ, ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਬੈਲੈਂਸ ਜਿੱਥੇ ਜਿਹੜੀ ਸਾਈਡ ਦਾ ਬੈਲੈਂਸ ਹੁੰਦਾ ਆ ਉੱਥੋਂ ਹੀ ਅਗਲੇ ਮਹੀਨੇ ਸ਼ੁਰੂਆਤ ਹੁੰਦੀ ਆ। ਅਗਰ ਤੁਸੀਂ ਇਸ ਅਕਾਊਂਟ ਨੂੰ ਧਿਆਨ ਨਾਲ ਦੇਖੋ, ਜਿਹੜਾ ਡੈਬਿਟ ਸਾਈਡ ਸੀਗਾ ਉੱਥੇ 5 ਲੱਖ ਅਮਾਊਂਟ ਸੀਗਾ ਸਾਡੇ ਕੋਲ। ਡੈਬਿਟ ਸਾਈਡ 'ਤੇ 5 ਲੱਖ ਅਮਾਊਂਟ ਸੀਗਾ, ਕ੍ਰੈਡਿਟ ਸਾਈਡ 'ਤੇ ਕੋਈ ਅਮਾਊਂਟ ਨਹੀਂ ਸੀਗਾ। ਸਿਰਫ ਆਪਾਂ ਬੈਲੈਂਸ ਲਿਖਿਆ ਸੀਗਾ ਕਿ 5 ਲੱਖ ਦਾ ਬੈਲੈਂਸ ਹੈਗਾ ਆ ਡੈਬਿਟ ਸਾਈਡ ਦਾ। ਇਹਨੂੰ ਡੈਬਿਟ ਬੈਲੈਂਸ ਕਿਹਾ ਜਾਂਦਾ ਹੈ। ਜਿਹੜੀ ਸਾਈਡ 'ਤੇ ਬੈਲੈਂਸ ਲਿਖਿਆ ਗਿਆ ਹੈਗਾ ਉਹਦੀ ਅਪੋਜ਼ਿਟ ਸਾਈਡ ਭਾਰੀ ਸੀਗੀ, ਇਹਦਾ ਮਤਲਬ ਇਹ ਆ ਅਪੋਜ਼ਿਟ ਸਾਈਡ ਜ਼ਿਆਦਾ ਸੀਗੀ। ਅਪੋਜ਼ਿਟ ਸਾਈਡ ਮਤਲਬ ਉਲਟ ਸਾਈਡ। ਡੈਬਿਟ ਸਾਈਡ ਜ਼ਿਆਦਾ ਸੀ ਤਾਂ ਕਰਕੇ ਬੈਲੈਂਸ ਕ੍ਰੈਡਿਟ ਸਾਈਡ 'ਤੇ ਲਿਖਿਆ ਗਿਆ ਸੀਗਾ। ਹੁਣ ਜਿਹੜਾ 5 ਲੱਖ ਆ ਇਹਨੂੰ ਜਦ ਤੁਸੀਂ ਅਗਲੇ ਮਹੀਨੇ ਜੁਲਾਈ, ਜੂਨ ਤੋਂ ਬਾਅਦ ਕੀ ਆਉਂਦਾ ਜੁਲਾਈ 'ਚ ਜਦ ਤੁਸੀਂ ਇਹਨੂੰ ਕੈਰੀ ਫੋਰਵਰਡ ਕਰੋਗੇ ਅਤੇ ਇੱਥੇ ਲਿਖੋਗੇ ਟੂ ਬੈਲੈਂਸ ਬੀ ਡੀ। ਇਹ ਬੈਲੈਂਸ ਡੈਬਿਟ ਸਾਈਡ ਤੋਂ ਕਿਉਂ ਸ਼ੁਰੂ ਕੀਤਾ ਜਾਊਗਾ, ਕਿਉਂਕਿ ਇਹ ਡੈਬਿਟ ਸਾਈਡ ਦਾ ਹੀ ਬੈਲੈਂਸ ਸੀਗਾ ਜਿਹੜਾ ਬਚਿਆ ਸੀਗਾ। ਕ੍ਰੈਡਿਟ ਸਾਈਡ 'ਤੇ ਇਸ ਕਰਕੇ ਲਿਖਿਆ ਗਿਆ ਕਿਉਂਕਿ ਕ੍ਰੈਡਿਟ ਸਾਈਡ 'ਤੇ ਕੁਛ ਸੀਗਾ ਹੀ ਨਹੀਂ, ਬਰਾਬਰ ਕਰਨ ਵਾਸਤੇ ਲਿਖਿਆ ਸੀ ਬਸ, ਲੇਕਿਨ ਹੈਗਾ ਇਹ ਡੈਬਿਟ ਦਾ ਹੀ ਬੈਲੈਂਸ। ਇਸ ਕਰਕੇ ਜਦ ਅਗਲਾ ਮਹੀਨਾ ਸਟਾਰਟ ਹੋਊਗਾ ਡੈਬਿਟ ਸਾਈਡ ਤੋਂ ਹੀ ਉਹਦੀ ਸ਼ੁਰੂਆਤ ਬੈਲੈਂਸ ਦੀ ਕੀਤੀ ਜਾਊਗੀ। ਅਤੇ ਇਸ ਤਰੀਕੇ ਨਾਲ ਲੈਜਰ ਦੀ ਬੈਲੈਂਸਿੰਗ ਅਤੇ ਉਹਨੂੰ ਅੱਗੇ ਬੈਲੈਂਸ ਨੂੰ ਕੈਰੀ ਫੋਰਵਰਡ ਕਰਨਾ ਜਾਂ ਉਹਨੂੰ ਅਗਲੇ ਮਹੀਨੇ ਕਿੱਦਾਂ ਸ਼ੁਰੂਆਤ ਕਰਨੀ ਹੈ ਦੱਸਿਆ ਗਿਆ। ਹੁਣ ਰਾਮ ਦਾ ਕੈਪੀਟਲ ਅਕਾਊਂਟ ਬਣਾਉਣਾ ਹੈਗਾ। 2 ਐਂਟਰੀਆਂ ਸੀ, 2 ਟ੍ਰਾਂਜੈਕਸ਼ਨ ਸੀਗੀਆਂ, 2 ਖਾਤੇ ਸ਼ਾਮਲ ਸੀਗੇ ਆਪਣੀ ਪਹਿਲੀ ਐਂਟਰੀ ਦੇ ਵਿੱਚ। ਐਂਟਰੀ ਯਾਦ ਰੱਖੋ ਦੁਬਾਰਾ ਤੋਂ, ਕੈਸ਼ ਅਕਾਊਂਟ ਡੈਬਿਟ ਸੀਗੀ ਟੂ ਰਾਮ ਕੈਪੀਟਲ ਅਕਾਊਂਟ। ਹੁਣ ਆਪਾਂ ਕੈਸ਼ ਅਕਾਊਂਟ ਤਾਂ ਬਣਾ ਲਿਆ, ਇਸ ਐਂਟਰੀ ਦੇ ਵਿੱਚ ਦੂਸਰਾ ਖਾਤਾ, ਦੂਸਰਾ ਲੈਜਰ ਕਿਹੜਾ ਬਣਨਾ ਹੈਗਾ, ਰਾਮ ਦਾ ਕੈਪੀਟਲ ਅਕਾਊਂਟ। ਰਾਮ ਦਾ ਕੈਪੀਟਲ ਅਕਾਊਂਟ ਕੀ ਹੋ ਰਿਹਾ ਇਸ ਐਂਟਰੀ ਦੇ ਵਿੱਚ, ਕ੍ਰੈਡਿਟ ਹੋ ਰਿਹਾ। ਹੁਣ ਇਹ ਕ੍ਰੈਡਿਟ ਹੋ ਰਿਹਾ ਅਤੇ ਇਹਨੂੰ ਆਪਾਂ ਕਿੱਦਾਂ ਟਰੀਟ ਕਰਾਂਗੇ ਦੇਖਿਓ। ਕ੍ਰੈਡਿਟ ਸਾਈਡ 'ਤੇ ਜਾਵਾਂਗੇ ਰਾਮ ਕੈਪੀਟਲ ਅਕਾਊਂਟ ਦੀ। ਕ੍ਰੈਡਿਟ ਸਾਈਡ 'ਤੇ ਜਾ ਕੇ ਪਹਿਲੋਂ ਡੇਟ ਪਾਵਾਂਗੇ। ਮੈਂ ਕ੍ਰੈਡਿਟ ਸਾਈਡ ਕਿਹਾ ਸੀਗਾ ਜਿਹੜੀ ਵੀ ਕ੍ਰੈਡਿਟ ਸਾਈਡ ਹੈ ਬਾਏ ਤੋਂ ਸ਼ੁਰੂ ਹੋਊਗੀ, ਅਤੇ ਜੋ ਅਕਾਊਂਟ ਬਣਾ ਰਹੇ ਉਹਦਾ ਨਾਮ ਨਹੀਂ ਆਊਗਾ, ਉਹਦੇ ਇਲਾਵਾ ਦੂਸਰੇ ਅਕਾਊਂਟ ਦਾ ਨਾਮ ਆਊਗਾ। ਹੁਣ ਰਾਮ ਕੈਪੀਟਲ ਅਕਾਊਂਟ 'ਚ ਕਿਹਦਾ ਨਾਮ ਆਊਗਾ, ਕੈਸ਼ ਅਕਾਊਂਟ ਦਾ। ਅਮਾਊਂਟ ਦੇ ਵਿੱਚ 5 ਲੱਖ ਲਿਖ ਦੋਗੇ ਤੁਸੀਂ। ਇਸ ਤੋਂ ਬਾਅਦ ਇਹਦੀ ਵੀ ਬੈਲੈਂਸਿੰਗ ਉੱਦਾਂ ਹੀ ਕਰਨੀ ਹੈ। ਹੁਣ ਇਹਦਾ ਬੈਲੈਂਸ ਕਿਹੜੀ ਸਾਈਡ ਦਾ ਜ਼ਿਆਦਾ ਆ,
ਕ੍ਰੈਡਿਟ ਸਾਈਡ ਦਾ, ਇਹਦੀ ਕ੍ਰੈਡਿਟ ਸਾਈਡ ਜ਼ਿਆਦਾ ਹੈ ਅਤੇ ਬੈਲੈਂਸ ਡੈਬਿਟ ਸਾਈਡ 'ਤੇ ਟੂ ਵਾਲੀ ਸਾਈਡ 'ਤੇ ਲਿਖ ਦਿੱਤਾ ਜਾਊਗਾ। ਲੇਕਿਨ ਜਦ ਆਪਾਂ ਅਗਲੇ ਮਹੀਨੇ ਇਸ ਹੁਣ ਇਹਨੂੰ ਕਲੋਜ਼ਿੰਗ ਕਰ ਦਾਂਗੇ, ਕਲੋਜ਼ ਮਤਲਬ ਬਰਾਬਰ ਕਰ ਦਾਂਗੇ ਦੋਨੋਂ, ਬੈਲੈਂਸ ਡੈਬਿਟ ਇਕੁਅਲ ਟੂ ਕ੍ਰੈਡਿਟ ਕਰ ਦਾਂਗੇ। ਅਗਲੇ ਮਹੀਨੇ ਜਦ ਬੈਲੈਂਸ ਇਹਦਾ ਸ਼ੁਰੂਆਤ ਹੋਊਗੀ ਜੁਲਾਈ ਦੀ 1 ਤਰੀਕ ਨੂੰ, ਬਾਏ ਵਾਲੀ ਸਾਈਡ ਤੋਂ ਬੈਲੈਂਸ ਚੱਕਿਆ ਜਾਊਗਾ। ਕਿਉਂ ਬੈਲੈਂਸ 5 ਲੱਖ ਰੁਪਈਆ ਬਾਏ ਵਾਲੀ ਸਾਈਡ 'ਤੇ ਲਿਖਿਆ ਗਿਆ? ਕਿਉਂਕਿ ਅਸਲ 'ਚ ਇਹ ਕ੍ਰੈਡਿਟ ਸਾਈਡ ਦਾ ਹੀ ਬੈਲੈਂਸ ਸੀਗਾ, ਜੋ ਕਿ ਅਸੀਂ ਕਿਉਂਕਿ ਡੈਬਿਟ ਸਾਈਡ ਤਾਂ ਕੁਛ ਸੀਗਾ ਹੀ ਨਹੀਂ, ਉਹਨੂੰ ਬਸ ਬਰਾਬਰ ਕਰਨ ਵਾਸਤੇ ਅਸੀਂ ਡੈਬਿਟ ਸਾਈਡ 'ਤੇ ਬੈਲੈਂਸ ਲਿਖਿਆ ਸੀਗਾ। ਹਾਲਾਂਕਿ ਇਹ ਬੈਲੈਂਸ ਹੈਗਾ ਕ੍ਰੈਡਿਟ ਸਾਈਡ ਦਾ ਹੀ ਆ। ਅਤੇ ਜਦ ਅਗਲੇ ਮਹੀਨੇ ਆਪਾਂ ਇਹ ਲੈਜਰ ਨੂੰ ਕੰਟੀਨਿਊ ਕਰਾਂਗੇ ਅਤੇ ਫਿਰ ਦੁਬਾਰਾ ਤੋਂ ਕ੍ਰੈਡਿਟ ਸਾਈਡ ਤੋਂ ਹੀ ਬੈਲੈਂਸ ਤੋਂ ਸ਼ੁਰੂਆਤ ਕੀਤੀ ਜਾਊਗੀ, ਇਹ ਯਾਦ ਰੱਖਿਆ ਜਾਊਗਾ। ਹੁਣ ਇਹਦੇ ਕੈਰੀ ਫੋਰਵਰਡ ਦੇ ਅਤੇ ਬਰੋਡ ਡਾਊਨ ਦੇ ਰੂਲਸ ਨੇ ਦੋਨਾਂ ਦੇ। ਕੈਰੀ ਫੋਰਵਰਡ ਇਹਨੂੰ ਆਪਾਂ ਕਹਿ ਦਿੰਦੇ ਹਾਂ ਅਤੇ ਬਰੋਡ ਡਾਊਨ ਦੇ ਰੂਲਸ ਨੇ। ਕੈਰੀ ਫੋਰਵਰਡ ਵਾਸਤੇ ਜਾਂ ਕੈਰੀ ਡਾਊਨ ਵਾਸਤੇ ਸ਼ਬਦ ਵਰਤੇ ਜਾਂਦੇ ਨੇ ਬੈਲੈਂਸ CD ਜਾਂ ਬੈਲੈਂਸ CF। ਬਰੋਡ ਡਾਊਨ ਵਾਸਤੇ ਸ਼ਬਦ ਵਰਤੇ ਜਾਂਦੇ ਨੇ ਬਰੋਡ ਫੋਰਵਰਡ ਜਾਂ ਬਰੋਡ ਡਾਊਨ ਜਾਂ ਬਰੋਡ ਫੋਰਵਰਡ। ਹੁਣ ਕੈਰੀ ਫੋਰਵਰਡ ਕਿਹੜੀ ਸਾਈਡ 'ਤੇ ਲਿਖਿਆ ਜਾਂਦਾ ਹੈ? ਜਿਹਦਾ ਟੋਟਲ ਘੱਟ ਆ। ਬਰੋਡ ਡਾਊਨ ਕਿਹੜੀ ਸਾਈਡ 'ਤੇ ਲਿਖਿਆ ਜਾਂਦਾ? ਜਿਹੜਾ ਟੋਟਲ ਜ਼ਿਆਦਾ ਸੀਗਾ। ਇਹਨਾਂ ਦੇ ਮੋਹਰੇ ਟੂ ਔਰ ਬਾਏ ਲਗਾਏ ਜਾ ਸਕਦੇ ਨੇ, ਜਿਹੜੀ ਸਾਈਡ ਵੀ ਲਿਖੇ ਜਾਊਗੇ। ਅਗਰ ਇਹ ਡੈਬਿਟ ਸਾਈਡ ਲਿਖੇ ਜਾਂਦੇ ਨੇ ਟੂ ਆਊਗਾ, ਕ੍ਰੈਡਿਟ ਸਾਈਡ ਲਿਖੇ ਜਾਂਦੇ ਨੇ ਬਾਏ ਆਊਗਾ। ਇੱਦਾਂ ਹੀ ਇਹਦੇ ਵਿੱਚ ਵੀ ਹੈਗਾ ਆ। ਅਤੇ ਇਸ ਤਰੀਕੇ ਨਾਲ ਇਹ ਰੂਲਸ ਯਾਦ ਰੱਖਣੇ ਨੇ ਤੁਸੀਂ। ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਐਗਜ਼ਾਮਪਲ ਵੀ ਕਰਵਾ ਕੇ ਦਿਖਾਵਾਂਗੇ।